नमस्कार, आदाब, सत श्री अकाल। इस ख़ास प्रोग्राम में एक बार फिर से मैं मणिमुख शर्मा आप सबका इस्तकबाल करता हूँ। 2 रोज़ पहले पंजाब के भटिंडा शहर में एक बिजनेसमैन हरजिंदर सिंह जोहल साहब का कत्ल कर दिया गया। बाइक पे 2 आए थे असैसिन्स, उन्होंने गोलियां चलाई और उसका पूरा वीडियो जो है सीसीटीवी फुटेज में देखा गया है। इससे जो है सनसनी फैल गई है भटिंडा के व्यापारियों ने, क्योंकि जोहल साहब जो हैं मॉल रोड शॉपकीपर्स एसोसिएशन के चीफ भी थे, तो इस वजह से वहाँ के जितने भी व्यापारी हैं उन्होंने धरना लगाया है और बहुत सारी बातें हुई हैं उसमें। पुलिस ने भी जो है फ़िलहाल किसी की शिनाख्त की नहीं है, लेकिन 2 लाख रुपए का इनाम जो है किसी भी इंफॉर्मेशन देने वाले को देने का जो है पंजाब पुलिस ने ऐलान कर दिया है। साथ ही साथ सिद्धू मूसेवाला के वालिद बलकौर साहब भी आए थे, बलकौर सिंह साहब। उन्होंने आके ये भी कहा कि अगर आज जोहल साहब का कत्ल हुआ है तो कल क्या किसी और का भी हो सकता है। इस पूरे मामले में ऑपोजिशन ने भी सरकार की तनकीद की है। पूरे सिक्योरिटी सिचुएशन पे सवाल या निशान लगाया गया है ऑपोजिशन की जानिब से। इस मामले में और भी तफसील में बताने के लिए क्या सिचुएशन है वहाँ पर और इसके असरात क्या होंगे, मेरे साथ एक बार फिर से जुड़े हैं मेरे सहयोगी रितेश लकी साहब। रितेश जी, आपका बहुत बहुत स्वागत है। थैंक यू मनी जी। रितेश जी, ऐसे और भी वाकयात हुए हैं, लेकिन ये तो एकदम दिल दहलाने वाला है कि जिस तरह से वो आप बाहर बैठे हुए हैं, कोई भी आके गोली चला के जा सकता है। पंजाब में क्या ऐसे हालात अभी हो गए हैं? हालांकि पुलिस ने बहुत कुछ दिखावे के लिए तो किया है, कैसो ऑपरेशंस भी हुए हैं, जैसे इसके बारे में हमने कुछ टाइम पहले बात भी की थी, लेकिन क्या एक्चुअल में क्राइम को कंट्रोल कर पा रही है पुलिस? सिर्फ नाम अनाउंस करने से क्या हो जाएगा? तो ये बहुत ही अनफॉर्चुनेट इंसीडेंट है, तो ਜਿਹੜੀਆਂ ਤਸਵੀਰਾਂ ਆਈਆਂ ਨੇ ਹੋਰ ਵੀ ਪਰੇਸ਼ਾਨ ਕਰਦੇ ਨੇ। ਬਹੁਤ ਹੀ ਸਾਫ਼ ਤਸਵੀਰਾਂ ਆਈਆਂ ਨੇ ਕਿਵੇਂ ਆਪਣੀ ਦੁਕਾਨ ਦੇ ਬਾਹਰ ਬੈਠੇ ਹਰਜਿੰਦਰ ਜੌਹਲ ਨੂੰ ਗੋਲੀਆਂ ਨਾਲ ਭੁੰਨਤਾ ਗਿਆ, ਮਾਰਤਾ ਗਿਆ ਅਤੇ ਅੱਜ ਤੱਕ ਜਿਹੜੇ ਸ਼ੂਟਰ ਫੜੇ ਨਾ ਜਾ ਪਾਣਾ, ਉਹਨਾਂ ਨੂੰ ਆਇਡੈਂਟੀਫਾਈ ਵੀ ਨਹੀਂ ਸ਼ਾਇਦ ਕੀਤਾ ਜਾ ਸਕਿਆ। ਵੱਡਾ ਇਸ਼ੂ ਹੈ ਕਿ ਇਹ ਘਟਨਾਵਾਂ ਕਿਉਂ ਹੋ ਰਹੀਆਂ ਨੇ, ਤੇ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਤੇ ਇਸ ਤੋਂ ਬਾਅਦ ਵੀ ਹੋਣਗੀਆਂ, ਇਸ ਤੋਂ ਪਹਿਲਾਂ ਤਾਂ ਹੁੰਦੀਆਂ ਹੀ ਆ ਰਹੀਆਂ ਨੇ। ਇਹ ਪਰਟੀਕੂਲਰ ਏਰੀਆ ਬਠਿੰਡੇ ਦਾ ਜ਼ਿਲ੍ਹਾ, ਬਠਿੰਡਾ, ਮੋਗਾ, ਇਹ ਸਾਰੇ ਦੇ ਸਾਰੇ ਉਹ ਇਲਾਕੇ ਨੇ ਜਿੱਥੇ ਕਿ ਪਹਿਲਾਂ ਵੀ ਇਸ ਤਰੀਕੇ ਦੇ ਆਰਗੇਨਾਈਜ਼ ਕ੍ਰਾਈਮ ਦੇ ਨਾਲ ਜੁੜੇ ਹੋਏ ਲੋਕ ਵਾਰਦਾਤਾਂ ਕਰਦੇ ਨੇ। ਹਾਲਾਂਕਿ ਇਸ ਕੇਸ ਦੇ ਵਿੱਚ ਕਲੀਅਰ ਨਹੀਂ ਹੈ ਜਾਂ ਅਜੇ ਤੱਕ ਇਸ ਚੀਜ਼ ਦੀ ਪੁਸ਼ਟੀ ਨਹੀਂ ਵੀ ਇਹਨਾਂ ਨੂੰ ਕਿਸ ਨੇ ਕੋਈ ਰੰਗਦਾਰੀ ਮੰਗੀ, ਕੋਈ ਫਰੌਤੀ ਮੰਗੀ, ਕੋਈ ਰੰਜਿਸ਼ ਵੀ ਹੋ ਸਕਦੀ ਹੈ। ਕੀ ਕਾਰਨ ਹੈ, ਖੈਰ ਇਹ ਤਾਂ ਚਲੋ ਜਾਂਚ ਦਾ ਇਸ ਵਕਤ ਵਿਸ਼ਾ ਹੈ ਕਿਉਂ ਗੋਲੀਆਂ ਮਾਰੀਆਂ ਗਈਆਂ ਨੇ। ਲੇਕਿਨ ਦ ਬ੍ਰੇਜ਼ਨਨੈਸ ਆਫ ਦਿਸ ਐਕਟ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਮੋਟਰਸਾਈਕਲ ਦੇ ਉੱਤੇ ਆਉਂਦਾ ਹੈ, ਕੋਈ ਸੜਕ 'ਤੇ ਬੈਠੇ ਆਪਣੀ ਦੁਕਾਨ ਦੇ ਬਾਹਰ ਕੁਰਸੀ ਢਾ ਕੇ ਬੈਠੇ ਇੱਕ ਬਿਜ਼ਨਸਮੈਨ ਨੂੰ ਮਾਰਤਾ ਜਾਂਦਾ ਹੈ। ਵੱਡਾ ਜਿਹੜਾ ਪਰਪਸ ਇਸ ਤਰੀਕੇ ਦੀਆਂ ਵਾਰਦਾਤਾਂ ਦਾ ਲੋਕਾਂ ਦੇ ਵਿੱਚ ਦਹਿਸ਼ਤ ਕ੍ਰੀਏਟ ਕਰਨਾ, ਇਨਸਟਿਲ ਅ ਸੈਂਸ ਆਫ ਫੀਅਰ ਵਿਦਨ ਦ ਟ੍ਰੇਡਿੰਗ ਕਮਿਊਨਿਟੀ, ਬਿਜ਼ਨਸ ਭਾਈਚਾਰੇ ਦੇ ਵਿੱਚ। ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਬਿਜ਼ਨਸ ਭਾਈਚਾਰਾ ਉਸ ਨੂੰ ਨਿਸ਼ਾਨਾ ਲਗਾਤਾਰ ਬਣਾਇਆ ਜਾ ਰਿਹਾ, ਅਤੇ ਇਸ ਵਕਤ ਹਾਲਾਤ ਐਡੇ ਕੁ ਬੱਤਰ ਹੋ ਚੁੱਕੇ ਨੇ ਕਿ ਇਹ ਜਿਹੜੇ ਸ਼ਹਿਰ ਹੈਗੇ ਨੇ, ਬਠਿੰਡਾ ਦੀ ਆਪਾਂ ਗੱਲ ਕਰ ਲਈਏ, ਬਠਿੰਡਾ ਤੋਂ ਇਲਾਵਾ ਹੋਰ ਬਹੁਤ ਵੱਡੇ ਛੋਟੇ ਤਲਵੰਡੀ, ਭਾਈਕੇ, ਜਗਰਾਓਂ, ਹੋਰ ਇੰਨੇ ਮੋਗੇ ਦੇ ਜ਼ਿਲ੍ਹੇ ਦੇ ਸ਼ਹਿਰ ਹੈਗੇ ਨੇ ਜਿੱਥੇ ਕਿ ਛੋਟੇ ਬਿਜ਼ਨਸਮੈਨ ਅਤੇ ਵਪਾਰੀਆਂ ਤੋਂ ਰੰਗਦਾਰੀਆਂ ਆਮ ਵਸੂਲੀਆਂ ਜਾ ਰਹੀਆਂ ਨੇ ਅਤੇ ਉਹ ਲੋਕ ਦੇ ਰਹੇ ਨੇ। ਹੋਰ ਕੋਈ ਜ਼ਰੀਆ ਨਹੀਂ ਹੈ, ਲੋਕਾਂ ਨੂੰ ਦੇਣਾ ਪੈ ਰਿਹਾ। ਬਹੁਤ ਸੇ ਘੱਟ ਕੇਸ ਰਿਪੋਰਟ ਹੁੰਦੇ ਨੇ ਜਿਹੜੇ ਪੁਲਿਸ ਸ਼ਿਕਾਇਤਾਂ ਦੇ ਵਿੱਚ, ਪੁਲਿਸ ਦੀਆਂ ਤਫਤੀਸ਼ਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਬਾਰੇ ਸਾਨੂੰ ਪਤਾ ਨਹੀਂ ਲੱਗਦਾ। ਕੋਈ ਟਾਮਾ ਟਿੱਕਾ ਕੇਸ ਅਜਿਹਾ ਹੋ ਜਾਂਦਾ ਜਿੱਥੇ ਕਿ ਘਟਨਾ ਹੋ ਜਾਂਦੀ ਹੈ, ਵਾਰਦਾਤ ਹੋ ਜਾਂਦੀ ਹੈ। ਨਹੀਂ ਤਾਂ ਲੋਕਾਂ ਨੂੰ ਡਰਾਉਣ ਲਈ ਉਹਨਾਂ ਦੇ ਦਰਵਾਜ਼ਿਆਂ ਦੇ, ਉਹਨਾਂ ਦੁਕਾਨਾਂ ਦੇ ਸ਼ਟਰਾਂ ਦੇ ਬਾਹਰ ਗੋਲੀਆਂ ਚੱਲ ਜਾਂਦੀਆਂ ਨੇ। ਗੋਲੀਆਂ ਚਲਾ ਕੇ ਸਿਰਫ ਦਿਖਾਇਆ ਜਾਂਦਾ, ਡਰਾਵਾ ਦਿੱਤਾ ਜਾਂਦਾ ਤਾਂ ਕਿ ਤੁਸੀਂ ਸਾਨੂੰ ਰੰਗਦਾਰੀ ਦਿਓ, ਪ੍ਰੋਟੈਕਸ਼ਨ ਮਨੀ ਦਿਓ। ਅਤੇ ਇਹ ਕ੍ਰਿਮੀਨਲਸ ਅਤੇ ਗੈਂਗਸਟਰ ਇਹ ਖੁੱਲ੍ਹੇਆਮ ਕਰਦੇ ਆ ਰਹੇ ਨੇ। ਹੁਣ ਆਪਾਂ ਚਰਚਾ ਕੀਤੀ ਸੀ ਕੁਛ ਮਹੀਨੇ ਪਹਿਲਾਂ ਜਦੋਂ ਆਪਾਂ ਕੋਰਡਨ ਐਂਡ ਸਰਚ ਆਪਰੇਸ਼ਨ ਜਿਹੜੇ ਕੈਜ਼ੋ ਆਪਰੇਸ਼ਨ ਪੰਜਾਬ ਪੁਲਿਸ ਦੇ ਹੋਏ ਸੀ, ਆਪਾਂ ਸਵਾਲ ਖੜਾ ਕੀਤਾ ਸੀ। ਉਸ ਵਕਤ ਲੱਗਦਾ ਹੋਏਗਾ ਕਿ ਨੁਕਤਾਚੀਨੀ ਕਰਦੇ ਨੇ, ਲੇਕਿਨ ਉਹ ਸਵਾਲ ਬੜੇ ਰੈਲੇਵੈਂਟ ਸਵਾਲ ਸੀ। ਤੁਸੀਂ 500, 2-2 ਪੁਲਿਸ ਵਾਲਾ ਲੈ ਕੇ, DGP ਤੋਂ ਲੈ ਕੇ, IG ਤੋਂ ਲੈ ਕੇ ਲੋਕਾਂ ਦੀ ਘਰਾਂ ਦੀ ਸੰਦੂਕੜੀਆਂ ਛਾਨਦੇ ਫਿਰਦੇ ਪਏ ਹੋ, ਅਤੇ ਜੇ ਸੰਦੂਕੜੀਆਂ ਛਾਨ ਰਹੀ ਸੀ ਤਾਂ ਆਹ ਹਥਿਆਰ ਕਿੱਥੋਂ ਆ ਰਹੇ ਨੇ? ਐਂਡ ਆਹ ਜਿਹੜਾ ਅਟੈਕ ਹੋਇਆ ਹੈ, ਦਿਸ ਇਜ਼ ਇੱਕ ਸੈਮੀ ਆਟੋਮੈਟਿਕ ਆਟੋਮੈਟਿਕ ਵੈਪਨ ਹੈ। 9mm ਇਜ਼ ਪ੍ਰੋਹਿਬਿਟਡ ਬੋਰ। ਕੋਈ ਛੋਟੇ ਮੋਟੇ ਕੱਟੇ ਨਾਲ ਆ ਕੇ ਨਹੀਂ ਕੋਈ ਕ੍ਰਿਮੀਨਲ ਨੇ ਵਾਰਦਾਤ ਕੀਤੀ। ਦਿਸ ਇਜ਼ ਅ ਸੋਫਿਸਟੀਕੇਟਡ ਵੈਪਨ ਐਂਡ ਪ੍ਰੋਬੇਬਲੀ ਦਿਸ ਵਾਜ਼ ਅ ਬਸਟ। ਹਾਲਾਂਕਿ ਚਲੋ ਇਨਵੈਸਟੀਗੇਸ਼ਨ ਨਹੀਂ ਸਾਹਮਣੇ ਆ ਰਹੀ ਹੈ, ਵਿਚ ਮੀਨਸ ਕਿ ਸੋਫਿਸਟੀਕੇਟਡ ਵੈਪਨਸ ਆ ਰਹੇ ਨੇ। ਅੱਜ ਵੈਪਨਸ ਅਵੇਲੇਬਲ ਨੇ। ਹਰ ਚੌਥੇ ਦਿਨ ਤੱਕ ਪੁਲਿਸ ਖੁਦ ਤਸਵੀਰਾਂ ਸ਼ੇਅਰ ਕਰ ਰਹੇ ਹੁੰਦੇ ਜੀ, ਅੱਜ ਅਸੀਂ ਇੰਨੇ ਵੈਪਨ ਫੜ ਲਏ, ਉਹਨੇ ਵੈਪਨ ਫੜ ਲਏ। ਸੋ ਦਿਸ ਇਜ਼ ਅ ਟੋਟਲ ਹੇਵਾਇਰ। ਮਤਲਬ ਇਹ ਕੀ ਹੋ ਰਿਹਾ, ਕਿਉਂ ਹੋ ਰਿਹਾ? ਆਈ ਵਿਸ਼ ਕਿ ਇਹਦੇ ਪਿੱਛੇ ਕੋਈ ਰਾਜਨੀਤਿਕ ਕਾਰਨ ਨਾ ਹੋਵੇ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫੇਲ ਕਰਨਾ ਚਾਹੁੰਦੇ ਆ, ਲੇਕਿਨ ਸਰਕਾਰ ਤਾਂ ਸਰਕਾਰ ਹੀ ਹੈ। ਉਹਨਾਂ ਨੇ ਕਿਹੜਾ ਹੱਥ 'ਚ ਚੂੜੀਆਂ ਪਾਈਆਂ ਹੋਈਆਂ ਨੇ। ਪੁਲਿਸ ਮਹਿਕਮਾ ਡਿਪਾਰਟਮੈਂਟ 'ਚ ਹੈ। ਤੁਸੀਂ ਲੋਕਾਂ ਦੀ ਤਾਂ ਜ਼ਿੰਦਗੀਆਂ ਨੂੰ ਪਰੇਸ਼ਾਨ ਕਰ ਦਿੰਦੇ ਹੋ ਜਦੋਂ ਤੁਸੀਂ 200-200, 400 ਦੇ ਝੁੰਡ ਦੇ ਵਿੱਚ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਦਬਿਸ਼ਾਂ ਕਰਦੇ ਹੋ।
ਬਟ ਇੱਥੇ ਕੀ ਹੋ ਰਿਹਾ ਹੈ ਐਂਡ ਦ ਵਰਸਟ ਪਾਰਟ ਇਜ਼ ਕਿ ਟ੍ਰੇਡਰ ਕਮਿਊਨਿਟੀ ਦੇ ਵਿੱਚ ਇੱਕ ਡਰ ਪੈਦਾ ਕੀਤਾ ਜਾ ਰਿਹਾ ਹੈ। ਹੁਣ ਇਫ ਇਟ ਇਜ਼ ਬੀਇੰਗ ਡਨ ਐਜ਼ ਅ ਡਿਜ਼ਾਈਨ, ਇਹਦੇ ਪਿੱਛੇ ਲੋਕ ਤਾਂ ਬਹੁਤ ਵੱਡੀ ਕਨਸਪੀਰੇਸੀ ਥਿਊਰੀਜ਼ ਵੀ ਚੱਲਦੀਆਂ ਨੇ, ਜਿਵੇਂ ਆਪਾਂ ਜ਼ਿਕਰ ਕੀਤਾ ਕਿ ਜੀ ਸਰਕਾਰ ਨੂੰ ਫੇਲ ਕਰਨਾ ਹੈ, ਲੇਕਿਨ ਪੰਜਾਬ ਦੇ ਡੀਜੀਪੀ ਕੀ ਕਰਦੇ ਪਏ ਨੇ? ਵਾਟ ਇਜ਼ ਦ ਪੁਲਿਸ ਡੂਇੰਗ? ਐਗਜ਼ੈਕਟਲੀ। ਇਹ ਪੰਜਾਬ ਦੇ ਵਿੱਚ ਅੱਤਵਾਦ ਆ ਚੁੱਕਾ ਹੈ। ਅੱਤਵਾਦ ਮੈਂ ਸ਼ਬਦ ਇਸ ਵਾਸਤੇ ਵਰਤ ਰਿਹਾ ਕਿਉਂਕਿ ਆਹ ਅੱਤਵਾਦੀ ਹੈ ਜੋ ਹੋ ਰਿਹਾ ਪਿੱਛੇ। ਅੱਤਵਾਦ ਲਈ ਕਿਸੇ ਧਰਮ ਜਾਂ ਫਿਰਕੇ ਦੇ ਨਾਲ ਜੋੜਾਂਗੇ, ਉਹ ਅੱਤਵਾਦ ਨਹੀਂ, ਉਹ ਪਰਿਭਾਸ਼ਾ ਉਹ ਨਹੀਂ ਹੋਏਗੀ ਵੀ ਉਹਦੇ ਪਿੱਛੇ ਕੋਈ ਧਰਮ ਜਾਂ ਫਿਰਕੇ ਦੇ ਲੋਕ ਆਪਣੇ ਮਜ਼ਹਬ ਦੇ ਨਾਲ ਜੁੜੇ ਹੋਏ ਕਿਸੇ ਮੂਵਮੈਂਟ ਨੂੰ ਚਲਾ ਰਹੇ ਨੇ ਤਾਂ ਹੀ ਅੱਤਵਾਦ ਆਉਂਦਾ ਹੈ। ਅੱਤਵਾਦ ਹੀ ਚੱਲਦਾ ਪਿਆ ਅੱਜ, ਕ੍ਰਿਮੀਨਲ ਦਾ, ਗੈਂਗਸਟਰ ਦਾ ਅੱਤਵਾਦ ਪੰਜਾਬ ਦੇ ਵਿੱਚ ਹੈ। ਤੇ ਇਹ ਚੀਜ਼ਾਂ ਨੂੰ ਦੇ ਉੱਤੇ ਕੀ ਸਰਕਾਰ ਦੀਆਂ ਨਜ਼ਰਾਂ ਨਹੀਂ ਹੈ? ਹੁਣ ਇਹਦੇ ਸ਼ੂਟਰ ਫੜ ਲੈਣਗੇ ਤਾਂ ਫਿਰ ਬੜੀਆਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਦੱਸਣਗੇ। ਅਕਤੂਬਰ ਦੇ ਮਹੀਨੇ ਦੇ ਵਿੱਚ ਜਲੰਧਰ ਦੇ ਵਿੱਚ ਮਾਂ ਧੀ ਨੂੰ ਮਾਰਤਾ, ਬਾਹਰ ਬੈਠਾ ਅਮਰੀਕਾ ਬੇਸਡ ਇੱਕ ਗੈਂਗਸਟਰ ਹੈ, ਉਸਨੇ ਉਹ ਵਾਰਦਾਤ ਨੂੰ ਅੰਜਾਮ ਦਵਾਇਆ। ਉਹ ਵੀ ਚਲੋ ਇੱਕ ਵਿਅਕਤੀਗਤ ਰੰਜਿਸ਼ ਸੀ, ਘਰੇ ਵੜ ਕੇ ਇੱਕ ਲੜਕੀ ਔਰ ਔਰਤ ਨੂੰ ਮਾਰਤਾ ਗਿਆ। ਉਸਦੇ ਪਤੀ ਨੇ ਬਾਹਰੋਂ ਬੈਠ ਕੇ ਮਰਡਰ ਕਰਵਾਇਆ ਤੇ ਉਸਦੀ ਮਾਂ ਨੂੰ ਮਾਰਤਾ ਗਿਆ ਤੇ ਮਾਂ ਦੀ ਲਾਸ਼ ਤੱਕ ਨੂੰ ਸਾੜਿਆ ਗਿਆ। ਉਸ ਤੋਂ 3 ਦਿਨ ਪਹਿਲਾਂ ਉਸੇ ਸ਼ੂਟਰ ਨੇ, ਜਿਹੜਾ ਇੱਕ ਹੋਰ ਕ੍ਰਿਮੀਨਲ ਸੀ, ਉਹਨੇ ਇੱਕ ਹੋਰ ਮਰਡਰ ਕਮਿਟ ਕੀਤਾ ਨਵਾਂ ਸ਼ਹਿਰ ਦੇ ਵਿੱਚ। ਇੱਕ ਮੋਗੇ ਦਾ ਸਰਪੰਚ 2 ਹਫ਼ਤੇ ਪਹਿਲਾਂ ਮਾਰਿਆ ਗਿਆ, ਡੇਢ ਹਫ਼ਤਾ ਪਹਿਲਾਂ। ਇਹ ਤਾਂ ਲਗਾਤਾਰ ਘਟਨਾ ਹੋ ਰਹੀਆਂ ਨੇ ਐਂਡ ਮਤਲਬ ਹੁਣ ਸਾਰੀਆਂ ਘਟਨਾਵਾਂ ਦੇ ਪਿੱਛੇ ਕਾਰਨ ਕੁਝ ਵੀ ਹੋਣ, ਲੇਕਿਨ ਇਹ ਵਾਰਦਾਤਾਂ ਕਿਉਂ ਹੋ ਰਹੀਆਂ ਨੇ? ਜੰਡਿਆਲਾ ਗੁਰੂ, ਇਸ ਘਟਨਾ ਤੋਂ ਕੁਝ ਘੰਟੇ ਬਾਅਦ ਜੰਡਿਆਲਾ ਗੁਰੂ ਦੇ ਵਿੱਚ 2 ਲੋਕ ਹੋਰ ਮਰਡਰ ਕਰਤੇ ਗਏ ਨੇ, ਉਹਨੂੰ ਵੀ ਕਿਹਾ ਜਾ ਰਿਹਾ ਕਿ ਗੈਂਗ ਵਾਰ ਦੀ ਇੱਕ ਹੋ ਸਕਦੀ ਹੈ ਘਟਨਾ। ਸੋ ਪੰਜਾਬ ਦੇ ਵਿੱਚ ਕੀ ਹੋ ਰਿਹਾ? ਵਾਟ ਇਜ਼ ਹੈਪਨਿੰਗ ਇਨ ਪੰਜਾਬ ਐਂਡ ਇਜ਼ ਦ ਜਿਹਨੂੰ ਕਹਿੰਦੇ ਆਊਟ ਆਫ ਟੱਚ ਹੈਗੇ ਨਾ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਡੀਜੀਪੀ, ਹੀ ਇਜ਼ ਐਨ ਅਫੀਸ਼ੀਏਟਿੰਗ ਡੀਜੀਪੀ। ਆਪਾਂ ਬਾਰ-ਬਾਰ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਕਾਰਜਕਾਰੀ ਤੁਸੀਂ ਡੀਜੀਪੀ ਲਾ ਰੱਖਿਆ ਹੈ, ਜੋ ਕਿ ਪ੍ਰੈਕਟੀਕਲੀ ਉਹਦੇ ਕੋਲ ਸਾਰੀਆਂ ਤਾਕਤਾਂ ਨੇ, ਲੇਕਿਨ ਜ਼ਿੰਮੇਵਾਰੀ ਕੋਈ ਨਹੀਂ ਹੈ। ਅੱਜ ਤੁਸੀਂ ਪੁੱਛੋਗੇ ਪੰਜਾਬ ਦਾ ਰੈਗੂਲਰ ਡੀਜੀਪੀ ਕਿਉਂ ਨਹੀਂ ਲੱਗਾ ਹੋਇਆ? ਐਜ਼ ਪਰ ਦਾ ਜੋ ਦੇਸ਼ ਦਾ ਕਾਨੂੰਨ ਹੈ, ਤੁਸੀਂ ਅਦਾਲਤ ਤੇ ਵਿਧਾਨ ਸਭਾ ਦੇ ਵਿੱਚ, ਲੈਜਿਸਲੇਚਰ ਦੇ ਵਿੱਚ ਦੇ ਜਸਟ ਬ੍ਰੌਟ ਦਾ ਬਿੱਲ ਕਿ ਜੀ ਅਸੀਂ ਡੀਜੀਪੀ ਆਪਣਾ ਲਾਣਾ ਹੈ। ਤੇ ਹੁਣ ਜੋ ਤੁਸੀਂ ਲਾਇਆ ਹੋਇਆ, ਤੁਸੀਂ ਆਪਣਾ ਡੀਜੀਪੀ ਲਾਇਆ, ਵਾਈ ਇਜ਼ ਦ ਵਰਕ ਨਾਟ ਹੈਪਨਿੰਗ? ਵਾਈ ਆਰ ਥੀਸ ਕ੍ਰਿਮੀਨਲਸ ਗੋਇੰਗ ਸਕਾਟ ਫਰੀ? ਇਹ ਚੀਜ਼ ਤਾਂ ਦੇਖੋ ਬਹੁਤ ਨੁਕਸਾਨ ਹੋ ਰਿਹਾ ਪੰਜਾਬ ਦਾ ਐਂਡ ਇਟ ਇਜ਼ ਸੈਟਿੰਗ ਇਟ ਬੈਕ। ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਬਾਅਦ ਇੱਕ ਬਹੁਤ ਵੱਡਾ ਸੈਟਬੈਕ ਸੀ ਤੇ ਅੱਜ ਜੋ ਇਹ ਵਪਾਰੀਆਂ ਨੂੰ ਜਿਵੇਂ ਮਾਰਿਆ ਜਾ ਰਿਹਾ ਹੈ, ਇਟ ਇਜ਼ ਵਨ ਆਫ ਦ ਵੈਰੀ ਡੇਂਜਰਸ ਥਿੰਗ, ਕਿਉਂਕਿ ਪੰਜਾਬ ਦੇ ਵਿੱਚ ਬਿਜ਼ਨਸ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੁੰਦਾ ਹੈ। ਬਿਜ਼ਨਸ ਕੰਮ ਕਰਨ ਦਾ ਕੋਈ ਬੰਦਾ, ਇਹ ਲੋਕ ਕੋਈ ਐਡੇ ਧਨਾੜ ਲੋਕ ਵੀ ਨਹੀਂ, ਚਲੋ ਇਹ ਕੋਈ ਚੰਗੇ ਬਿਜ਼ਨਸਮੈਨ ਹੋ ਸਕਦੇ ਨੇ, ਅੰਮ੍ਰਿਤਸਰੀ ਕੁਲਚੇ ਦੀ ਦੁਕਾਨ ਸੀ ਇਹਨਾਂ ਦੀ, ਤਾਂ ਅੱਛੇ ਵਪਾਰੀ ਹੋ ਸਕਦੇ ਨੇ, ਹੀ ਮਸਟ ਬੀ ਵੈਰੀ ਵੈਲ ਲਿੰਕਡ, ਲੇਕਿਨ ਕਿਸੇ ਨੂੰ ਵੀ ਕਿਉਂ ਮਾਰਿਆ ਜਾਵੇ, ਹੈ ਨਾ? ਵਾਈ ਸ਼ੁਡ ਐਨੀਬਡੀ ਬੀ ਟਾਰਗੇਟਡ? ਇਹ ਤਾਂ ਕੁਝ ਵੀ ਨਹੀਂ, ਛੋਟੇ ਛੋਟੇ ਜਿਹੜੇ ਲੋਕ ਆਪਣਾ ਵਪਾਰ ਕੁਛ ਨੇ ਸ਼ੁਰੂ ਕੀਤਾ, ਰੈਗਸ ਟੂ ਰਿਚਸ ਸਟੋਰੀਜ਼ ਬਹੁਤ ਹੈਗੀਆਂ ਨੇ। ਪੰਜਾਬੀ ਬੜੇ ਉੱਦਮੀ ਨੇ, ਦੇ ਆਰ ਵੈਰੀ ਐਂਟਰਪ੍ਰਾਈਜ਼ਿੰਗ। ਜਿਹੜੇ ਅਜਿਹੇ ਲੋਕਾਂ ਨੇ ਥੋੜੀ ਮਿਹਨਤ ਕਰਕੇ ਅੱਜ 4 ਪੈਸੇ ਅਗਲੇ ਨੇ ਇਸ਼ਤਿਹਾਰ ਦਿੱਤੇ, ਤੁਸੀਂ ਅੱਜ ਇਸ਼ਤਿਹਾਰ ਦਿਓ ਤਾਂ ਤੁਹਾਨੂੰ ਫਿਰੌਤੀ ਦੀ ਕਾਲ ਆਈ ਤੇ ਆਈ। ਇਹ ਪੰਜਾਬ ਦੇ ਵਿੱਚ ਡਾਕਟਰਾਂ ਨੂੰ ਕਾਲਾਂ ਆ ਰਹੀਆਂ ਨੇ, ਪੰਜਾਬ ਦੇ ਵਿੱਚ ਸਿੰਗਰਸ ਦਾ, ਕਬੱਡੀ ਦੇ ਖਿਡਾਰੀ ਤੇ ਸਿੰਗਰਸ ਨੂੰ ਤਾਂ ਪਹਿਲਾਂ ਤੋਂ ਟਾਰਗੇਟ ਤੇ ਸੀ, ਡਾਕਟਰਾਂ ਨੂੰ ਬੜੇ ਵੱਡੇ ਲੈਵਲ ਦੇ ਉੱਤੇ ਰੰਗਦਾਰੀ ਦੀਆਂ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਨੇ, ਬਿਜ਼ਨਸਮੈਨ ਨੂੰ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਨੇ। ਸੋ ਦਿਸ ਇਜ਼ ਟੋਟਲੀ ਆਊਟ ਆਫ ਕੰਟਰੋਲ। ਮਤਲਬ ਇਹ ਤਸਵੀਰਾਂ ਦੇਖ ਕੇ ਤਾਂ ਖੈਰ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ, ਲੇਕਿਨ ਅਸੀਂ ਤਾਂ ਇਸ ਟ੍ਰੈਂਡ ਨੂੰ ਸ਼ੁਰੂ ਤੋਂ ਦੇਖਦੇ ਆ ਰਹੇ ਹਾਂ। ਇਹ ਜੇ ਸਰਕਾਰਾਂ ਅੰਕੜਿਆਂ ਦੀ ਸ਼ਕਲ ਦੇ ਵਿੱਚ ਦਿਖਾਉਣਾ ਚਾਹ ਰਹੇ ਨੇ, ਹੁਣ ਇੰਡੀਆ ਟੂਡੇ ਦੀ ਇੱਕ ਰਿਪੋਰਟ ਡੀਜੀਪੀ ਸਾਹਿਬ ਨੇ ਪਿੱਛੇ ਸ਼ੇਅਰ ਕੀਤੀ, ਪੰਜਾਬ ਦੇ ਮੁੱਖ ਮੰਤਰੀ ਨੇ ਸ਼ੇਅਰ ਕੀਤੀ ਜੀ ਕਿ ਲਾਅ ਐਂਡ ਆਰਡਰ ਦੀ ਹਾਲਾਤ ਪੰਜਾਬ ਦੇ 1 साल में गिर गए हैं क्राइम फिगर्स, ये बताया गया था। उन्होंने रिपोर्ट DIPR में अभी भी है अवेलेबल। ਗੱਲ ਤਾਂ ਇਹ ਨਾ ਵੀ ਤੁਸੀਂ ਅੰਕੜਿਆਂ ਤੇ ਉਹਨਾਂ ਅਖਬਾਰ ਦੇ ਇਸ਼ਤਿਹਾਰਾਂ, ਉਹਨਾਂ ਪੇਡ ਜਿਹੜੇ ਕਾਲਮਸ ਤੁਸੀਂ ਛਪਾਉਂਦੇ ਹੋ, ਸਵੇਰ ਸ਼ਾਮ ਤੁਹਾਡੀਆਂ ਅਖਬਾਰਾਂ ਜਿਹੜੀਆਂ ਤੁਹਾਡਾ ਮਹਿਮਾ ਮੰਡਨ ਕਰਦੀਆਂ ਨੇ, ਜਿਨ੍ਹਾਂ ਨੂੰ ਤੁਸੀਂ ਕਰੋੜਾਂ ਰੁਪਏ ਦੀ ਐਡਵਰਟੀਜ਼ਮੈਂਟ ਦੇ ਕੇ ਖਰੀਦ ਰੱਖਿਆ ਹੈ, ਉਹ ਨਹੀਂ ਦਿਖਾਉਣਗੀਆਂ ਜਿਹਦੇ ਪਿੱਛੇ ਦੀਆਂ ਰਿਐਲਿਟੀਜ਼ ਆ ਜੋ ਹੋ ਰਿਹਾ ਹੈ। ਦੇਖੋ ਇਹਦੇ ਪਿੱਛੇ ਅਸੀਂ ਸਰਕਾਰ ਨੂੰ ਦੋਸ਼ ਨਹੀਂ ਦਿੰਦੇ, ਬਟ ਪੁਆਇੰਟ ਹੈ ਕਿ ਸਰਕਾਰ ਨੇ ਆਪਣਾ ਕੰਮ ਕਰਨਾ, ਦੈਨ ਦੇ ਹੈਵ ਟੂ ਕ੍ਰੈਕ ਇਟ ਡਾਊਨ। ਜੇ ਤੁਹਾਡਾ ਡੀਜੀਪੀ ਅੱਜ ਨਹੀਂ ਠੀਕ ਤਰੀਕੇ ਨਾਲ ਕੰਮ ਕਰ ਰਿਹਾ, ਪਲੀਜ਼ ਸ਼ੰਟ ਯੋਰ ਡੀਜੀਪੀ ਆਫ। ਇਹ ਜਦੋਂ ਤੁਹਾਨੂੰ ਪਿਛਲੇ ਜਿਹੜੇ ਵੀਕੇ ਭਾਵਰਾ ਡੀਜੀਪੀ ਨੂੰ ਹਟਾਇਆ ਗਿਆ ਸੀ, ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤੇ 2-3 ਹੋਰ ਵਾਰਦਾਤਾਂ ਹੋਈਆਂ ਸੀ, ਉਹ ਐਡਾ ਵੱਡਾ ਇਸ਼ੂ ਬਣਾ ਦਿੱਤਾ ਗਿਆ ਤੇ ਡੀਜੀਪੀ ਨੂੰ ਲਾ ਦਿੱਤਾ ਗਿਆ ਉਹਦੇ ਤੋਂ ਜੀ, ਤੇ ਉਸ ਦੀ ਜਗ੍ਹਾ ਇੱਕ ਆਫੀਸ਼ੀਏਟਿੰਗ ਡੀਜੀਪੀ ਆ ਗਿਆ। 1.5 ਸਾਲ ਪੰਜਾਬ ਦੇ ਵਿੱਚ ਆਫੀਸ਼ੀਏਟਿੰਗ ਡੀਜੀਪੀ ਹੈ। ਵੀ ਡੋਂਟ ਹੈਵ ਅ ਰੈਗੂਲਰ ਡੀਜੀਪੀ। ਇਹ ਹੈ ਸਰਕਾਰ ਦੀ ਕਮਿਟਮੈਂਟ। then this is how you want to handle and address the issue of crime in organized crime in state. जो ऑर्गेनाइज क्राइम का आपने जिक्र किया, कितने बड़े बड़े गैंगस्टर्स जो हैं ऑपरेट कर रहे हैं, पंजाब से बाहर भी ऑपरेट कर रहे हैं, पंजाब के अंदर भी रहकर कर रहे हैं। सिद्धू मूसेवाला के वालिद साहब ने तो ये यहाँ तक कह दिया है, लॉरेंस बिश्नोई का नाम लिया उन्होंने, बोले कि भाई वो तो करोड़ों रुपए का बिजनेस जेल से ही चला रहा है, वो किस तरह से वो अपने जो है गुनाहों को अंजाम दे रहा है। देखिए इनका जो शूटर का नेटवर्क है। ऐसे पहले भी बहुत लोगों ने इसके बारे में बात की है कि कनाडा में बैठ के वहाँ पे असैसिनेशंस कराए जा रहे हैं, और ऐसा पहली बार नहीं हुआ। अमेरिका में बैठ के, कनाडा में बैठ के, अमेरिका में बैठ के। हाँ, तो ये क्या कोई भी ऐसा
जैसे आपने डीजीपी का जिक्र किया, लेकिन बाकी लेवल में भी पुलिस के क्या सीरियसली इस चीज़ को लिया जा रहा है? मतलब एक तो देखिए कि दिखावे के लिए, जैसे हमने पहले भी बात की थी, कैसो ऑपरेशंस किए, हज़ारों की तादाद में जो ऑफिसर्स लेके गए बॉर्डर एरियाज़ में, ये दिखाने के लिए कि भाई हम तो बड़े मुस्तैद हैं, लेकिन अल्टीमेटली ऐसे जो है किसी को भी टारगेट किया जा रहा है। पुलिस ने खुद कहा है कि इनको ना तो कोई फिरौती की कोई कॉल आई थी, ना ही किसी ने थ्रेटन किया था, फिलहाल जितना उनको मालूम पड़ा है। तो ऐसे ही रैंडमली किसी को टारगेट कर लिया गया है, और ये क्योंकि शॉपकीपर्स एसोसिएशन के प्रेसिडेंट थे, तो शायद एक मैसेज, जैसे आपने कहा, व्यापारियों को भी दिया जा रहा है। तो क्या पॉलिटिकल क्लास में एक जनरल एग्रीमेंट है कि पंजाब में हालात बद से बदतर होते जा रहे हैं? हर एक का रिकॉर्ड तो इतना अच्छा नहीं रहा है, लेकिन ख़ास करके पिछले 1-1.5 साल में जो भी आपने देखा है, आपको लग रहा है कि अगर जो अपोजिशन जैसे अभी बोल रही है, अब दोनों पार्टीज, सैट बादल ने भी बोला है, कांग्रेस ने भी बोला है, बीजेपी ने भी स्टेटमेंट दिया है, हालांकि इतना उनका इतना प्रेजेंस नहीं है, उन्होंने कहा है कि भाई इट इज़ वेरी अनफॉर्चुनेट। क्या कर रही है भगवंत मान की सरकार? भगवंत मान साहब खुद कहाँ हैं? देखो ਉਹ ਇੱਕ ਪੋਲੀਟੀਕਲ ਸਟੇਟਮੈਂਟ ਹੈ। ਮੈਂ ਪੋਲੀਟੀਕਲ ਦੀ ਸਟੇਟਮੈਂਟ ਨੂੰ ਮੈਂ ਨਹੀਂ, ਆਈ ਡੋਂਟ ਵਾਂਟ ਟੂ ਵੈਲਿਊ them ਔਰ ਆਈ ਡੋਂਟ ਵਾਂਟ ਟੂ ਈਵਨ ਵੇ them। ਮਤਲਬ ਮੈਂ ਇਸ ਪੁਆਇੰਟ ਆਫ ਵਿਊ ਨਾਲ ਮੈਂ ਆਪਾਂ ਤਾਂ ਦੇਖੋ ਸਰ ਉਹਨਾਂ ਨੇ ਕੀ ਕ੍ਰਿਟਿਸਿਜ਼ਮ ਕਰਨਾ ਜਿੰਨਾ ਕੁ ਆਪਾਂ ਇੱਥੇ ਬੈਠ ਕੇ ਸਕਰੀਨ ਦੇ ਉੱਤੇ ਕਰ ਪਾ ਰਹੇ ਹਾਂ, ਐਂਡ ਵਿਚ ਇਜ਼ ਅ ਕੁਆਲੀਫਾਈਡ ਕ੍ਰਿਟਿਸਿਜ਼ਮ। ਵੀ ਆਰ ਨਾਟ ਡੂਇੰਗ ਐਨ ਅਨਕੁਆਲੀਫਾਈਡ ਕ੍ਰਿਟਿਸਿਜ਼ਮ। ਉਹਨਾਂ ਦੀਆਂ ਆਪਣੀਆਂ ਸਰਕਾਰਾਂ ਵੀ ਰਹੀਆਂ ਨੇ, ਉਹਨਾਂ ਦੇ ਆਪਣੇ ਸਰਕਾਰਾਂ ਦੇ ਟਾਈਮ ਵੀ ਇਹ ਕੰਮ ਹੁੰਦੇ ਰਹੇ ਨੇ, ਲੇਕਿਨ ਇਸ ਵਕਤ ਸਥਿਤੀ ਜ਼ਿਆਦਾ खराब हो रही है, चाहे वो जानबूझ के की जा रही है, चाहे वो किसी पोलिटिकल पार्टी नूं या आम आदमी पार्टी जिहड़ी पंजाब दी सत्ताधारी पार्टी है, जे बेस नूं खराब करन दे नज़रिए दे नाल भी ये सब कुछ किया जा रहा है, तो इस दे विच बेचारा नहीं बन जाता भगवंत मान। एज अ चीफ मिनिस्टर ही डजंट बिकम अ हेल्पलैस एन इनोसेंट चीफ मिनिस्टर हू इज़ बीइंग कंस्पायर्ड अगेंस्ट। तुहाडे सरकार, तुहाडे हत्थ विच ताकत ने ना, तुहानूं शक्ति दित्ती गई है, एंड यू हैव टू परफॉर्म। सो मुद्दा ये खड़ा हो रहा है कि देखो सरकार की गल करती है बियॉन्ड दिस पोलिटिकल रैटरिक, अंकड़िਆਂ ਦੀ ਸ਼ਕਲ ਦੇ ਵਿੱਚ, ਜਿਵੇਂ ਤੁਸੀਂ ਆਪਾਂ ਜ਼ਿਕਰ ਕੀਤਾ ਵੀ ਰਸਾਲੇ ਦਿਖਾਤੇ ਜਾਂਦੇ ਨੇ ਜੀ, ਅੰਕੜੇ ਗ੍ਰਾਫ ਤਾਂ ਥੱਲੇ ਆਏ ਨੇ, ਕ੍ਰਾਈਮ ਤਾਂ ਥੱਲੇ ਜਾ ਰਿਹਾ, ਫਿਰ ਇਸ ਵਾਰਦਾਤ ਨੂੰ ਜਾਂ ਪਰਟੀਕੁਲਰ ਕਿਸੇ ਵੀ ਕੇਸ ਨੂੰ ਕਿਹਾ ਜਾਂਦਾ ਇਹ ਤਾਂ ਜੀ ਆਪਸੀ ਰੰਜਿਸ਼ ਦਾ ਮਾਮਲਾ ਸੀ। ਆਪਸੀ ਰੰਜਿਸ਼ ਸੀ ਜੀ, ਉਹ ਪਤੀ ਸੀਗਾ ਬਾਹਰ ਬੈਠਾ, ਉਹਨੇ ਆਪਣੀ ਪਤਨੀ ਦਾ ਕਤਲ ਕਰਾਤਾ, ਇਹਦੇ ਵਿੱਚ ਸਰਕਾਰ ਕੀ ਕਰੇ? ਠੀਕ ਹੈ ਨਾ। ਮੁੱਦਾ ਇਹ ਹੈ ਕਿ ਦ ਬ੍ਰੇਜ਼ਨਨੈਸ ਆਫ ਇਟ, ਜਿੰਨੀ ਕੁ ਕਹਿ ਸਕਦੇ ਕਿ ਦਿਨ ਦਹਾੜੇ ਹੋ ਰਿਹਾ, ਇਟ ਇਜ਼ ਬ੍ਰੌਡ ਡੇ ਲਾਈਟ, ਉੱਥੇ ਟ੍ਰੈਫਿਕ ਚੱਲਦਾ ਪਿਆ, ਪਿੱਛੇ ਤੁਸੀਂ ਸਭ ਦੇ ਰਹੇ ਹੋ, ਬ੍ਰੌਡ ਡੇ ਲਾਈਟ ਦੇ ਵਿੱਚ ਇੱਕ ਅਪਰਾਧ ਕਰਕੇ ਕਿਸੇ ਵਿਅਕਤੀ ਨੂੰ ਗੋਲੀਆਂ ਮਾਰ ਕੇ ਆ ਕੇ ਉਹਨਾਂ ਸ਼ੂਟਰਾਂ ਦੀ ਨਿਕਲਣ ਦੀ ਹਿੰਮਤ ਹੋ ਜਾਂਦੀ ਹੈ। ਇਹ ਵੱਡੀ ਚਿੰਤਾ ਦਾ ਕਾਰਨ ਹੈ ਕਿ ਐਡਾ ਸੌਖਾ ਹੈ ਕਿ ਮਰਡਰ ਕਰਨਾ। ਕਾਰਨ ਕੋਈ ਵੀ ਹੋਵੇ, ਇਸ ਦੇ ਪਿੱਛੇ ਇਸ ਵਿਅਕਤੀ ਦੀ ਕੋਈ ਦੁਸ਼ਮਣੀ ਹੋਵੇ, ਇਸ ਵਿਅਕਤੀ ਦੀ ਬੋਲਬਾਣੀ ਚੰਗੀ ਨਾ ਹੋਵੇ, ਇਸ ਵਿਅਕਤੀ ਨੇ ਕਿਸੇ ਨੂੰ ਪੈਸੇ ਨਾ ਦਿੱਤੇ ਹੋਣ, ਦੇਰ ਮੇ ਬੀ 100 ਡਿਫਰੈਂਟ ਰੀਜ਼ਨਸ ਵਾਈ ਦਿਸ ਕ੍ਰਾਈਮ ਕੁਡ ਬੀ ਕਮਿਟਡ, ਬਟ ਇਟ ਜਸਟ ਡਜ਼ਨਟ ਇਟ ਇਜ਼ ਨਾਟ ਐਕਸੈਪਟੇਬਲ ਕਿ ਕੋਈ ਇੱਦਾਂ ਸਟੇਟ ਦੇ ਵਿੱਚ ਆਉਂਦਾ, ਕ੍ਰਾਈਮ ਕਰਕੇ ਨਿਕਲ ਜਾਂਦਾ ਐਂਡ 2 ਦਿਨ ਬਾਅਦ ਵੀ ਤੁਹਾਡੇ ਹੱਥ ਖਾਲੀ ਨੇ। ਤੁਸੀਂ ਜੇ ਫੜ ਵੀ ਲੈਂਦੇ ਹੋ ਉਹ ਕ੍ਰਿਮੀਨਲਸ ਨੂੰ, ਫਿਰ ਵੀ ਤੁਹਾਡਾ ਕੰਮ ਪੂਰਾ ਨਹੀਂ ਹੁੰਦਾ। ਹੁਣ ਇੱਥੇ ਮੈਨੂੰ ਪਤਾ ਕੀ ਹੁੰਦਾ, ਇੱਥੇ ਕ੍ਰਾਈਮ ਨੂੰ ਰੋਕ ਨਹੀਂ ਪਾ ਰਹੇ ਹੋ ਤੁਸੀਂ, ਕ੍ਰਾਈਮ ਹੋਣ ਤੋਂ ਬਾਅਦ ਤੁਸੀਂ ਸ਼ੂਟਰਸ ਫੜਦੇ ਫਿਰ ਰਹੇ ਹੋ। ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਣ ਤੋਂ ਰੋਕਣ ਦਾ ਸਮਾਂ ਸੀ, ਤੁਸੀਂ ਉਹ ਰੋਕ ਨਹੀਂ ਪਾਏ, ਤੁਸੀਂ ਸਿਕਿਉਰਿਟੀ ਵਿਦਡਰਾ ਕੀਤੀ। ਅੱਜ ਤੱਕ ਉਹ ਕੇਸਾਂ ਦੇ ਵਿੱਚ ਤੁਸੀਂ ਕਿਸੇ ਨੂੰ ਅਕਾਊਂਟੇਬਲ ਨਹੀਂ ਠਹਿਰਾਇਆ, ਤੁਹਾਡਾ ਸਿਸਟਮ ਪਰਦੇ ਪਾਉਂਦਾ ਰਿਹਾ। ਤੁਸੀਂ ਬੀਇੰਗ ਏ ਚੀਫ ਮਿਨਿਸਟਰ ਭਗਵੰਤ ਮਾਨ ਨੇ ਪਰਦੇ ਪਾਏ ਨੇ। ਦ ਗਵਰਨਮੈਂਟ ਹੈਜ਼ ਬੀਨ ਟਰਾਈਂਗ ਟੂ ਰੈਪ ਦ ਥਿੰਗਸ ਅਪ। ਠੀਕ ਹੈ ਨਾ। ਇਹਨਾਂ ਦੀ ਜਿਹੜੀ ਕਮਿਟਮੈਂਟ ਹੈਗੀ ਹੈ, ਪਾਰਟੀਸਨ ਹੋ ਕੇ ਨਹੀਂ ਕ੍ਰਾਈਮ ਨੂੰ ਦੇਖਿਆ ਜਾ ਸਕਦਾ। ਇਹ ਕਿਸੇ ਵੀ ਪਾਰਟੀ ਦਾ ਵਿਅਕਤੀ ਹੋਵੇ, ਕੋਈ ਵੀ ਹੋਵੇ, ਕਿਸੇ ਵੀ ਵਿਅਕਤੀ ਦੇ ਖਿਲਾਫ ਕੋਈ ਕ੍ਰਾਈਮ ਹੁੰਦਾ ਤੇ ਜਿਹੜੇ ਕ੍ਰਿਮੀਨਲਸ ਨੇ, ਉਹ ਜਿਹੜੇ ਕਰਨ ਵਾਲੇ, ਕ੍ਰਾਈਮ ਕਰਨ ਵਾਲੇ ਨੇ, ਉਹਨਾਂ ਦੇ ਪਿੱਛੇ ਕੌਣ ਲੋਕ ਨੇ, ਉਹ ਕਿਹੜੀ ਪਾਰਟੀ ਦਾ ਥਾਪੜਾ ਹੈਗਾ, ਇਹ ਚੀਜ਼ਾਂ ਹੋ ਰਹੀਆਂ ਨੇ। ਫੋਰ ਇੰਸਟੈਂਸ ਮੋਗੇ ਦਾ ਜਿਹੜਾ ਪਿੱਛੇ ਕਤਲ ਹੋਇਆ ਹੈ, ਉਸ ਦੇ ਵਿੱਚ ਉਹ ਕਾਂਗਰਸ ਦੇ ਨਾਲ ਅਲਾਈਡ ਸਰਪੰਚ ਸੀ, ਤੇ ਜਿਹੜੀ ਦੂਜੀ ਧਿਰ ਸੀਗੀ ਉਹ ਆਮ ਆਦਮੀ ਪਾਰਟੀ ਦੇ ਨਾਲ ਉਹਦਾ ਬੈਕਅਪ ਸੀਗਾ। ਅੱਜ ਪਤਾ ਲੱਗ ਰਿਹਾ ਕਿ ਕਤਲ ਜਿਹੜੇ ਬੰਦਿਆਂ ਦੇ ਹੋਏ, 2 ਬੰਦੇ ਮਾਰਤੇ ਗਏ ਇੱਕ ਧਿਰ ਦੇ, ਉਹਨਾਂ ਦੇ ਹੀ ਬੰਦਿਆਂ ਦੇ ਖਿਲਾਫ ਇੱਕ ਕ੍ਰਾਸ ਕੇਸ ਰਜਿਸਟਰ ਕਰਤਾ ਗਿਆ, ਬਿਕੋਜ਼ ਪੋਲੀਟੀਕਲ ਇੰਟਰਫੇਰੈਂਸ ਹੈ ਜੀ। ਤੁਹਾਡੀ ਸੱਤਾਧਾਰੀ ਧਿਰ ਦੇ MLA ਸਾਹਿਬ ਖੜੇ ਨੇ, ਉਹਨਾਂ ਲੋਕਾਂ ਦੇ ਪਿੱਛੇ ਪੁਲਿਸ ਦੇ ਉੱਤੇ ਦਬਾਅ ਹੈ। ਸੋ ਮੁੱਦਾ ਇਹ ਖੜਾ ਹੋ ਰਿਹਾ ਕਿ ਦ ਸ਼ੀਅਰ ਬ੍ਰੇਜ਼ਨਨੈਸ ਆਫ ਇਟ, ਇੰਨੀ ਧੜੱਲੇ ਦੇ ਨਾਲ ਐਡੀ ਹਿੰਮਤ ਇਹਨਾਂ ਕ੍ਰਿਮੀਨਲਸ ਦੀ ਵੱਧ ਚੁੱਕੀ ਹੈ ਕਿ ਉਹ ਆ ਕੇ ਸ਼ਰੇਆਮ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ। ਐਂਡ ਉਸ ਤੋਂ ਬਾਅਦ ਤੁਸੀਂ ਜੇ ਫੜ ਵੀ ਲਓਗੇ, 4 ਕ੍ਰਿਮੀਨਲ ਫੜ ਲਏ, 8 ਪਿਸਤੌਲ ਫੜ ਲਏ, ਉਸ ਤੋਂ ਬਾਅਦ ਜੇ ਤੁਸੀਂ ਦਿਖਾਓਗੇ, ਦੇਖੋ ਜੀ ਅਸੀਂ ਕਰੈਕ ਕਰ ਲਿਆ ਕੇਸ, ਇਹ ਸਟੈਂਡਰਡ ਤਰੀਕਾ ਹੈਗਾ, ਇਹ ਪੰਜਾਬ ਦੇ ਸਾਡੇ DG ਸਾਹਿਬ ਦਾ ਜਾਂ ਪੰਜਾਬ ਦੇ ਮੁੱਖ ਮੰਤਰੀ ਦਾ, ਅਸੀਂ ਕੇਸ ਕਰੈਕ ਕਰ ਲਿਆ। ਚਲੋ ਬੰਦਾ ਮਰਨ ਤੋਂ ਰੋਕਣਾ ਸੀ, ਤੁਸੀਂ ਉਹ ਨਹੀਂ ਜੇ ਰੋਕ ਪਾ ਰਹੇ, ਕੇਸ ਕਰੈਕ ਕਰਕੇ ਕੀ ਕਰਨਾ? ਉਹ ਤਾਂ ਕਰ ਹੀ ਲਓਗੇ ਤੁਸੀਂ ਕਰੈਕ। ਵਾਟ ਇਜ਼ ਦ ਰੌਕਟ ਸਾਇੰਸ ਇਨ ਇਟ? ਹਾਲਾਂਕਿ ਤੁਹਾਡੇ ਤੋਂ ਉਹ ਵੀ ਨਹੀਂ ਬਥੇਰੇ ਹੋ ਰਹੇ, ਅੱਜ ਬਹੁਤ ਚੀਜ਼ਾਂ ਨਹੀਂ ਹੋ ਪਾ ਰਹੀਆਂ, ਬਟ ਉਹਦੇ 'ਚ ਕੋਈ ਕੰਪਨਸੇਸ਼ਨ ਨਹੀਂ ਹੈ, ਉਹਦੇ ਵਿੱਚ ਕੋਈ ਜਿਹਨੂੰ ਕਹਿੰਦੇ ਕਿ ਕੌਂਸੋਲੇਸ਼ਨ ਨਹੀਂ ਹੈ ਕਿ ਤੁਸੀਂ 4 ਸ਼ੂਟਰ ਫੜ ਲਓਗੇ
ਯੂ نو ਲੁੱਕ ਐਟ ਦ ਮੈਸੇਜ ਦੈਟ ਹੈਜ਼ ਬੀਨ ਗਿਵਨ। ਇੱਕ ਇਹੋ ਜਿਹਾ ਕਤਲ ਹੁੰਦਾ ਹੈ, ਇੱਕ ਅਜਿਹੀ ਗੋਲੀ ਚੱਲਦੀ ਹੈ, ਉਹਦੇ ਨਾਲ 400 ਬੰਦੇ ਨੂੰ ਮੈਸੇਜ ਆਉਂਦਾ ਹੈ। ਐਂਡ ਦੈਟ ਇਜ਼ ਵਾਟ ਦ ਪਰਪਸ ਆਫ ਥੀਸ ਗੈਂਗਸਟਰਸ ਇਜ਼। ਕ੍ਰਿਮੀਨਲ ਦਾ ਪਰਪਸ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਤੁਸੀਂ ਖੌਫ ਪੈਦਾ ਕਰਨਾ ਹੈ। ਤੇ ਇੱਕ ਵਾਰਦਾਤ ਕਰੋਗੇ ਤਾਂ 40 ਬੰਦਿਆਂ ਨੇ ਤਾਂ ਫੋਨ ਤੇ ਫਿਰ ਪੁੱਛਣਾ ਹੀ ਨਹੀਂ ਵੀ ਮੈਨੂੰ ਕੋਈ ਫਿਰੌਤੀ ਦੇਣੀ ਹੈ, ਕੀ ਦੇਣਾ ਹੈ। ਹਾਲਾਂਕਿ ਦਿਸ ਮੇ ਹੈਵ ਬੀਨ ਅ ਡਿਫਰੈਂਟ, ਬਟ ਸਾਨੂੰ ਇਹ ਲੱਗ ਰਿਹਾ ਕਿ ਜਿਹੜਾ ਮਾਹੌਲ ਹੈਗਾ ਪੰਜਾਬ ਦਾ ਇੰਨਾ ਅਨਸੇਫ ਇਸ ਵਕਤ ਦਿਸਦਾ ਇਸ ਤਰੀਕੇ ਦੀਆਂ ਵਾਰਦਾਤਾਂ ਵੀ। ਨੋਬਡੀ ਸਿਕਿਉਰ, ਐਨੀਬਡੀ, एनीथिंग कैन हैपन टू एनीबडी। 20-20, 25-25 हज़ार रुपए में लोग जान देने को तैयार हो गए हैं पंजाब में। यहाँ पे हालत पहुँच गई है। बिल्कुल फैक्ट है। तो जो लॉरेंस बिश्नोई का जो जिक्र किया है बलकौर सिंह साहब ने, और उन्होंने कहा कि भाई किस तरह से जेल से ही जो है इतना बड़ा करोड़ों का बिजनेस वो संभाले हुए हैं, कैसे इंटरव्यूज़ दे रहा है, इस पे थोड़ा सा आप रोशनी डालिए कि ये क्या है। देखो भगवंत मान सरकार दी, मैं तो ਹੁਣ ਇੱਥੇ ਸਰਕਾਰ ਦਾ ਕੁਐਸਚਨ ਕਰਾਂਗਾ ਤੇ ਪੰਜਾਬ ਦੇ ਡਿਪਟੀ ਡਾਇਰੈਕਟਰ ਜਨਰਲ ਪੁਲਿਸ DGP ਦੇ ਆਰ ਆਨਸਰੇਬਲ ਫॉर ਦਿਸ। ਬਲਕੌਰ ਸਿੰਘ ਜੋ ਕਹਿ ਰਹੇ ਨੇ, ਕੀ ਕਹਿ ਰਹੇ ਨੇ, ਕਿਉਂ ਕਹਿ ਰਹੇ ਨੇ, ਮੈਂ ਉਹਦੇ ਵਿੱਚ ਨਹੀਂ ਜਾਂਦਾ। ਮੈਂ ਤਾਂ ਸਿਰਫ ਇਹ ਕਹਾਂਗਾ ਕਿ ਲਾਰੈਂਸ ਬਿਸ਼ਨੋਈ ਦੀਆਂ ਜੇਲ੍ਹਾਂ ਦੇ ਵਿੱਚ ਇੰਟਰਵਿਊ ਹੋਈਆਂ, ਅੱਜ ਤੱਕ ਫੈਕਟਸ ਕਿਉਂ ਨਹੀਂ ਸਾਹਮਣੇ ਆ ਪਾਏ। ਜੇਲ ਮੈਨੂਅਲ ਦੀ ਵਾਇਲੇਸ਼ਨ ਹੋਈ, ਇੱਕ ਅਪਰਾਧੀ ਕੇਸ ਨਹੀਂ ਰਜਿਸਟਰ ਕੀਤਾ ਗਿਆ। ਤੁਹਾਨੂੰ ਪਤਾ ਜੇਲ੍ਹ ਦੇ ਵਿੱਚ ਜਦੋਂ ਕੋਈ ਵਾਇਲੇਸ਼ਨ ਹੁੰਦੀ ਹੈ, ਇੱਕ ਪਰਚਾ ਨਾਲ ਦੇ ਨਾਲ ਰਜਿਸਟਰ ਹੋ ਜਾਂਦਾ ਹੈ। ਤੁਸੀਂ ਜੇਲ੍ਹ ਦੇ ਵਿੱਚ ਤੁਹਾਡੇ ਤੋਂ ਕੋਈ ਮੋਬਾਈਲ ਫੜਿਆ ਜਾਵੇ, ਤੁਹਾਡੇ ਤੋਂ ਕੋਈ ਨਸ਼ਾ ਫੜਿਆ ਜਾਵੇ, ਤੁਸੀਂ ਕਿਸੇ ਨਾਲ ਮਾਰਕੁੱਟ ਕਰ ਦੋ, ਜਿਹੜੀ ਵੀ ਮਤਲਬ ਜੇਲ੍ਹ ਮੈਨੂਅਲ ਦੀ ਵਾਇਲੇਸ਼ਨ ਹੈ, ਇਟ ਇਜ਼ ਅ ਕ੍ਰਾਈਮ ਐਂਡ ਉਹਦੇ ਖਿਲਾਫ ਇੱਕ ਕਾਰਵਾਈ ਹੈ, ਉਹਦੇ ਖਿਲਾਫ ਇੱਕ ਕੇਸ ਹੈ। ਇਸ ਕੇਸ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਖਿਲਾਫ ਆਈ ਐਮ ਸ਼ੋਰ ਕਿ ਅਜੇ ਤੱਕ ਕੋਈ ਕੇਸ ਰਜਿਸਟਰ ਨਹੀਂ ਹੋਇਆ ਹੈ। ਸੋ ਦਿਸ ਸਪੀਕਸ ਵੋਲਿਊਮਸ ਅਬਾਊਟ ਹਾਊ ਦਿਸ ਇੱਕ ਸਪੈਸ਼ਲ DGP ਦੀ ਕਮੇਟੀ ਬਣਾਈ ਗਈ ਪਰਦੇ ਪਾਉਣ ਲਈ, ਤਾਂ ਕਿ ਇਹ ਚੀਜ਼ ਕਦੇ ਸਾਹਮਣੇ ਨਾ ਆਵੇ। ਐਡੀ ਵੱਡੀਆਂ ਕਮੇਟੀਆਂ ਪਾ ਕੇ ਤੁਸੀਂ ਕੰਮ ਮਿੱਟੀ ਕਰ ਦਿੰਦੇ ਹੋ, ਉਹਨਾਂ ਦੇ ਉੱਤੇ ਪਰਦੇ ਪਾ ਦਿੰਦੇ ਹੋ, ਐਂਡ ਯੂ ਡੋਂਟ ਵਾਂਟ ਦਾ ਫੈਕਟਸ ਟੂ ਬੀ ਦੇਅਰ। ਤੁਸੀਂ ਕੀ ਲਾਅ ਐਂਡ ਆਰਡਰ ਨੂੰ ਸੁਧਾਰਨਾ? ਉਹ ਕ੍ਰਿਮੀਨਲ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਇੰਟਰਵਿਊ ਦੇ ਰਹੇ ਨੇ, ਤੁਸੀਂ ਉਹਨਾਂ ਦੇ ਬਾਰੇ 4 ਫੈਕਟਸ ਨਹੀਂ ਇਕੱਠੇ ਕਰ ਪਾਏ, ਤੁਸੀਂ ਲੋਕਾਂ ਨੂੰ ਐਕਸਪਲੇਨ ਨਹੀਂ ਕਰ ਪਾਏ। ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਦੇ ਲੈਪਸਿਸ ਨਹੀਂ ਅੱਜ ਤੱਕ ਤੁਸੀਂ ਉਹਦੇ ਦੀ ਕਿਸੇ ਨੂੰ ਹੋਲਡ ਅਕਾਊਂਟੇਬਲ ਜ਼ਿੰਮੇਵਾਰ ਮੰਨ ਪਾਇਓ। ਆਪਣੇ ਸਿਸਟਮ ਦੇ ਲੋਕਾਂ ਨੂੰ ਬਚਾਉਣ, ਅੱਧੇ ਤਾਂ ਕਲਪ੍ਰਿਟ ਖੁਦ ਹੀ ਹੋ ਨਾ ਤੁਸੀਂ। ਹੁਣ ਅੱਜ ਜੇ ਮਤਲਬ ਬਾਰ-ਬਾਰ ਆਪਾਂ ਇਹ ਚੀਜ਼ਾਂ ਤੇ ਫੋਕਸ ਕਰਦੇ ਹਾਂ, ਵੀ ਡੋਂਟ ਮੀਨ ਕਿ ਆਪਾਂ ਸਰਕਾਰ ਨੂੰ ਕ੍ਰਿਟਿਸਾਈਜ਼ ਕਰੀਏ, ਬਟ ਤੁਹਾਡੇ ਲੱਛਣ ਕੀ ਨੇ? ਆਈ ਮੀਨ ਜਸਟ ਇਮੈਜਿਨ। ਐਂਡ ਪਿੱਛੇ ਆਪਾਂ ਡਿਸਕਸ਼ਨਸ ਕੀਤੀ ਸੀ, 2 SSP ਬਦਲਦੇ ਗਏ। ਜਿਹੜਾ SSP ਕੰਮ ਕਰਨਾ ਚਾਹੁੰਦਾ ਹੈ, ਜਿਹੜਾ ਆਫਿਸਰ ਕੰਮ ਕਰਨਾ ਚਾਹੁੰਦਾ, ਵੈਸੇ ਤਾਂ ਕੰਮ ਨਹੀਂ ਕੋਈ ਕਰਨਾ ਚਾਹ ਰਿਹਾ। ਇਸ ਵਕਤ ਦੀ ਮੇਰੀ ਫੀਡਬੈਕ ਇਹ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਕੋਈ ਕੰਮ ਨਹੀਂ ਕਰਨਾ ਚਾਹ ਰਿਹਾ। ਐਂਡ ਆਈ ਕੈਨ ਅਸਿਊਮ ਕਿ ਪੰਜਾਬ ਦੇ DGP ਵੀ ਕੰਮ ਨਹੀਂ ਕਰਨਾ ਚਾਹੁੰਦੇ। ਆਈ ਡੋਂਟ ਨੋ ਉਹਨਾਂ ਦੇ ਕੀ ਮਕਸਦ ਨੇ, ਸਾਰੇ ਆਫੀਸ਼ੀਅਲਸ ਦੀ ਬਿਊਰੋਕਰੇਸੀ। ਲੇਕਿਨ ਇਹ ਇਸ ਵਕਤ ਜੇ ਮੈਂ ਗੱਲ ਕਹਿ ਰਿਹਾ ਕਮੈਂਟਸ ਦੇ ਵਿੱਚ, ਜੇ ਲੋਕ ਚਾਹਣ ਤਾਂ ਪੁੱਛਣ ਉਹ ਪੁਲਿਸ ਅਫਸਰਾਂ ਤੋਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕੰਮ ਕਰ ਰਹੇ ਨੇ, ਉਹਨਾਂ ਦਾ ਮਨੋਬਲ ਡਿੱਗਿਆ ਹੋਇਆ ਹੈ। ਦੇ ਆਰ ਅੰਡਰ ਐਨ ਅਕਿਊਟ state of what do you say low morale। एक सीधा सवाल यहीं पे, क्योंकि आपने इसका हिंट दिया है, आपने किसी का नाम नहीं लिया, तो मैं एक सीधा सवाल पूछना चाहूँगा। आप जो कह रहे हैं कि शायद ये कोशिश हो रही है कि आम आदमी पार्टी की सरकार का जो है इमेज ख़राब किया जाए, क्या आपको लग रहा है कि पंजाब पुलिस खुद चाह रही है कि आम आदमी पार्टी गवर्नमेंट का इमेज डाउन हो? ਪੰਜਾਬ ਪੁਲਿਸ ਤਾਂ ਬਹੁਤ ਵੱਡੀ ਪੁਲਿਸ ਹੈ, ਚੰਗੇ ਅਫਸਰ ਨੇ, ਐਂਡ ਨੋਬਡੀ ਵਾਂਟਸ, ਪੰਜਾਬ ਪੁਲਿਸ ਦਾ ਕੋਈ ਅਫਸਰ ਨਹੀਂ ਚਾਹੇਗਾ ਜੋ ਕੁਝ ਹੋ ਰਿਹਾ ਇਹ ਹੋਣ ਦਿੱਤਾ ਜਾਏ। ਐਂਡ ਪੰਜਾਬ ਪੁਲਿਸ, ਮੈਂ ਬਾਰ-ਬਾਰ ਕਹਿ ਰਿਹਾ ਕਿ ਪੰਜਾਬ ਪੁਲਿਸ ਉਹ ਪੁਲਿਸ ਹੈ ਜੇ ਆਪਣੇ ਕਰਮ ਤੇ ਆ ਜਾਏ ਤਾਂ ਇਹ ਬਹੁਤ ਛੋਟਾ ਜਿਹਾ ਕੰਮ ਹੈ। ਐਂਡ ਆਈ ਐਮ ਔਨ ਰਿਕਾਰਡ ਸੇਇੰਗ ਇਟ। ਐਂਡ ਇਹ ਤੁਸੀਂ ਇਹ ਪੰਜਾਬ ਪੁਲਿਸ ਮਤਲਬ ਆਈ ਡੋਂਟ ਨੋ ਪੰਜਾਬ ਪੁਲਿਸ ਦੀ ਕੀ ਐਸਟੀਮੇਸ਼ਨ ਆਪਾਂ ਕਰਦੇ ਹਾਂ, ਲੇਕਿਨ ਪੰਜਾਬ ਪੁਲਿਸ ਆਪਣੇ ਕੰਪੀਟੈਂਸ ਲੈਵਲ ਦੇ ਵਿੱਚ ਜੇ ਕੰਮ ਕਰਨ ਤੇ ਆ ਜਾਏ ਤਾਂ ਉਹ ਬਹੁਤ ਕੁਝ ਕਰ ਸਕਦੀ ਹੈ। ਕਿਉਂ ਪੰਜਾਬ ਦੇ DGP ਗੌਰਵ ਯਾਦਵ is not able to lead Punjab police, or they are not being allowed to lead? I don't understand what is the story behind it। but ਮੈਂ ਇਹ ਕੁਝ ਪੰਜਾਬ ਦੇ ਵਿੱਚ ਹੋ ਜਾਵੇ ਤੇ ਮੂਕ ਦਰਸ਼ਕ ਬਣ ਕੇ, ਤਮਾਸ਼ਬੀਨ ਬਣ ਕੇ ਸਾਡੀ ਪੁਲਿਸ ਦੇਖਦੀ ਰਹੇ, ਇਹ ਮੈਂ ਮੰਨ ਹੀ ਨਹੀਂ ਸਕਦਾ। ਇਹ ਚੀਜ਼ ਬਿਯੋਂਡ ਅੰਡਰਸਟੈਂਡਿੰਗ ਹੈ। ਨਾਟ ਦੈਟ ਕਿ ਮੈਂ ਓਵਰ ਐਸਟੀਮੇਟ ਕਰਦਾ ਮੈਂ ਪੰਜਾਬ ਪੁਲਿਸ ਨੂੰ, ਅਜਿਹੀ ਗੱਲ ਨਹੀਂ ਹੈ। ਤੇ ਇਹ ਰਿਕਾਰਡ ਹੈਗਾ, ਤੇ ਬਾਕੀ ਤੁਸੀਂ ਦੇਖੀ ਚੱਲੋ। ਜਦੋਂ ਕੰਮ ਆਪਾਂ ਹੋ ਸਕਦਾ ਕਿ ਕੁਝ ਮਹੀਨਿਆਂ ਜਾਂ ਕੁਝ ਸਾਲਾਂ ਬਾਅਦ ਆਪਾਂ ਨੂੰ ਦੁਬਾਰਾ ਜੇ ਚਰਚਾਵਾਂ ਕਰਨ ਦਾ ਜਦੋਂ ਸਮਾਂ ਆਏਗਾ, ਫਿਰ ਉਸ ਵਕਤ ਆਪਾਂ ਤੁਹਾਨੂੰ ਕੰਟਰਾਸਟ ਦਿਖਾਵਾਂਗੇ। ਉਹਦੇ ਵਿੱਚ ਤੁਹਾਨੂੰ ਆਪੀ ਸਮਝ ਵਿੱਚ ਆਏਗਾ, ਕਿਉਂਕਿ ਬਹੁਤ ਸੀ ਚੀਜ਼ਾਂ ਦੇ ਜਵਾਬ ਅੱਜ ਨਹੀਂ ਹੈਗੇ ਨੇ। ਇਹ ਮੇ ਬੀ ਫਿਊ ਈਅਰਸ ਡਾਊਨ ਦ ਲੇਨ ਵੀ ਵਿਲ ਗੈਟ ਟੂ ਅੰਡਰਸਟੈਂਡ ਕਿ ਉਸ ਵਕਤ ਕਿਹੜੀ ਜਾਦੂ ਦੀ ਛੜੀ ਘੁੰਮੀ ਤੇ ਕੰਮ ਚੀਜ਼ਾਂ ਕੰਟਰੋਲ ਵਿੱਚ ਆ ਗਈਆਂ ਜਿਹੜੀ ਕਿ ਪਹਿਲਾਂ ਨਹੀਂ ਸੀ ਹੋ ਰਹੀਆਂ। ਬਟ ਦੈਨ ਅਗੇਨ ਦਿਸ ਇਜ਼ ਨਾਟ ਅ ਕੰਸੋਲੇਸ਼ਨ ਫॉर ਭਗਵੰਤ ਮਾਨ, ਬਿਕੋਜ਼ ਹੀ ਇਜ਼ ਨਾਟ ਡੂਇੰਗ ਦ ਰਾਈਟ ਥਿੰਗ ਦ ਵੇ। ਕਹਿੰਦਾ ਸਹੀ ਸਮੇਂ ਤੇ ਸਹੀ ਡਿਸੀਜਨਸ ਲੈਣਾ, ਤੁਸੀਂ ਯੂ ਜਸਟ ਡੂ ਯੋਰ ਜੌਬ ਰਾਈਟ। ਤੁਹਾਡੇ ਪੋਲੀਟਿਕਸ ਕੁਝ ਵੀ ਹੋ ਸਕਦੀ ਹੈ, ਐਂਡ ਦ ਸੇਮ ਅਪਲਾਈਜ਼ ਫॉर ਪੁਲਿਸ। ਸਾਡੀ ਜਿਹੜੀ ਪੁਲਿਸ ਦੀ ਲੀਡਰਸ਼ਿਪ ਹੈ, ਉਹਨਾਂ ਨੂੰ ਸਹੀ ਚੀਜ਼ਾਂ ਕਰਨ ਦੀ ਲੋੜ ਹੈ। ਨੋ DGP ਐਂਡ ਨੋ ਪੁਲਿਸ ਆਫੀਸ਼ੀਏਟਰ
ਜਾਂ ਜਿਹੜਾ ਵੀ ਐਸਐਸਪੀ ਹੁੰਦਾ ਜ਼ਿਲ੍ਹੇ ਦਾ, ਉਹਨੂੰ ਕਦੇ ਵੀ ਇਸ ਚੀਜ਼ ਵੱਲ ਸੋਚਣ ਦੀ ਲੋੜ ਨਹੀਂ ਹੋਣੀ ਚਾਹੀਦੀ ਕਿ ਮੈਂ ਆਪਣੇ ਸਿਆਸੀ ਆਕਾਵਾਂ ਵੱਲ ਵੇਖਾਂ, ਕਦੇ ਮੈਂ ਦਿੱਲੀ ਵੱਲ ਝਾਕਾਂ, ਕਦੇ ਮੈਂ ਇਹ ਸੋਚਾਂ ਕਿ ਯਾਰ ਜੇ ਸਾਲ ਬਾਅਦ ਇਹਨਾਂ ਦੀ ਸਰਕਾਰ ਗਿਰ ਗਈ ਤਾਂ ਭਵਿੱਖ ਦੇ ਵਿੱਚ ਤਾਂ ਫਿਰ ਮੇਰੀ ਜਿਹੜੀਆਂ ਪੋਸਟਿੰਗਸ ਜਾਂ ਮੇਰੇ ਜਿਹੜੇ ਰੁਤਬੇ ਨੇ ਉਹ ਤਾਂ ਦਿੱਲੀ ਦੇ ਵਿੱਚ ਬੈਠੇ ਅਫਸਰਾਂ ਨੇ ਤੈਅ ਕਰਨੇ ਨੇ। ਇਸ ਤਰੀਕੇ ਦੀ ਮੈਂਟੈਲਿਟੀ ਦੇ ਨਾਲ ਜਿਹੜੇ ਲੋਕ ਕੰਮ ਕਰਦੇ ਨੇ ਤੇ ਉਹਨਾਂ ਦੇ ਤਾਂ ਬਹੁਤ ਅਫਸੋਸ ਹੁੰਦਾ ਹੈ। ਐਜ਼ ਅ ਪ੍ਰੋਫੈਸ਼ਨਲ, ਪੁਲਿਸ ਇਜ਼ ਅ ਪ੍ਰੋਫੈਸ਼ਨਲ ਫੋਰਸ। ਇੱਥੇ ਸਾਡੇ ਪਹਿਲਾਂ ਵੀ ਉਹ ਜ਼ਿਕਰ ਕੀਤਾ ਕਿ ਸਾਡੇ ਜਿਹੜੇ ਪੁਲਿਸ ਮੁਖੀ ਦਾ ਕੋਈ ਵੀ ਜਿਹੜਾ ਪਹਿਲਾ ਮੂੰਹ 'ਚ ਸ਼ਬਦ ਨਿਕਲਦਾ ਹੈ ਉਹਦੇ ਵਿੱਚ ਹੈਵੀ ਪੋਲੀਟੀਕਲ ਓਵਰਟੋਨ ਹੁੰਦੀ ਹੈ। ਉਹ ਹਮੇਸ਼ਾ ਹਰ ਗੱਲ 'ਚ ਕਹਿੰਦੇ ਨੇ ਕਿ ਵਿਦ ਦ ਡਾਇਰੈਕਸ਼ਨ ਆਫ ਦ ਆਨਰੇਬਲ ਚੀਫ ਮਿਨਿਸਟਰ, ਵੀ ਤੁਸੀਂ ਕਿੱਡੇ ਕੁ ਜ਼ਿਆਦਾ ਨਤਮਸਤਕ ਹੋਏ ਹੋ ਤੇ ਉਸ ਆਨਰੇਬਲ ਚੀਫ ਮਿਨਿਸਟਰ ਦਾ ਅੱਜ ਆਨਰ ਪੂਰਾ ਹੱਥ 'ਚੋਂ ਨਿਕਲ ਚੱਲਿਆ ਹੈ। ਅੱਜ ਜੋ ਤੁਹਾਡੇ ਸਾਹਮਣੇ ਹੋ ਰਿਹਾ ਹੈ, ਤੁਸੀਂ ਆਪਣੇ ਕੰਮਾਂ ਦੇ ਨਾਲ ਮੁੱਖ ਮੰਤਰੀ ਨੂੰ ਆਨਰ ਦੇਣਾ ਹੈ ਜਾਂ ਆਪਣੇ ਸ਼ਬਦਾਂ ਦੇ ਨਾਲ? ਸ਼ਬਦਾਂ ਦੇ ਵਿੱਚ ਤਾਂ ਤੁਸੀਂ ਬਹੁਤ ਸਨਮਾਨ ਦੇ ਰਹੇ ਹੋ ਤੇ ਅਦਰਵਾਈਜ਼ ਗਰਾਊਂਡ ਦੇ ਉੱਤੇ ਜੋ ਹੋ ਰਿਹਾ, ਆਈ ਫੀਲ ਇਟ ਇਜ਼ ਇਨਇਫੈਕਟਿਵ ਪੁਲਿਸਿੰਗ। ਸਮਬਡੀ ਹੈਜ਼ ਟੂ ਟੇਕ ਅ ਰਿਸਪੌਂਸਿਬਿਲਿਟੀ ਐਂਡ ਇਹ ਸਾਰੀ ਚੀਜ਼ਾਂ ਲਾਅ ਐਂਡ ਆਰਡਰ ਦੀ ਮੇਨਟੇਨੈਂਸ ਪੁਲਿਸ ਦਾ ਕੰਮ ਹੈ। ਸੋ ਅੱਜ ਅਨਫੋਰਚੂਨੇਟ ਇਹ ਹੈ। ਅੱਛਾ, ਇਹਦੇ 'ਚ ਥੋੜਾ ਪੋਲੀਟੀਕਲ ਲੈਵਲ ਤੇ ਗੱਲ ਵੀ ਕਰੀਏ, ਜਿਹੜੀ ਗੱਲ ਕਰਨ ਵਾਲੀ ਹੈ, ਨਾਟ ਦੈਟ ਕਿ ਅਕਾਲੀ ਦਲ ਕੀ ਕਹਿੰਦਾ ਜਾਂ ਬੀਜੇਪੀ ਕੀ ਕਹਿ ਰਹੀ ਹੈ, ਕਾਂਗਰਸ ਕੀ ਕਹਿ ਰਹੀ ਹੈ। ਜਿਹੜੀ ਕਰਨ ਵਾਲੀ ਗੱਲ ਇਹ ਹੈ ਕਿ ਪੋਲੀਟੀਕਲ ਇੰਟਰਫੇਰੈਂਸ ਐਮਐਲਏਜ਼ ਦੀ ਸ਼ੁਰੂ ਹੋ ਚੁੱਕੀ ਆਮ ਆਦਮੀ ਪਾਰਟੀ ਦੇ। ਪੁਲਿਸ ਨੂੰ ਇਫੈਕਟਿਵਲੀ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਤੁਹਾਡੇ ਸਾਹਮਣੇ ਤਰਨਤਾਰਨ ਦਾ ਕੇਸ ਆ ਗਿਆ, ਹੋਰ ਬਹੁਤ ਸੇ ਅਜਿਹੇ ਕੇਸ ਨੇ ਅੰਦਰ ਖਾਤੇ ਬੜੇ ਕਿਸਮ ਦੇ ਜਿਹੜੇ ਪੁਲਸ ਐਂਡ ਪ੍ਰੈਸ਼ਰ। ਉਹੀ ਜਿਹੜੀਆਂ ਰਵਾਇਤਾਂ, ਮਾੜੇ ਕੰਮ, ਅਕਾਲੀ ਦਲ ਨੇ ਇੱਕ ਸਿਸਟਮ, ਇੱਕ ਹਲਕਾ ਇੰਚਾਰਜ ਦਾ ਸਿਸਟਮ ਲਾਇਆ ਸੀ। ਉਹ ਹਲਕਾ ਇੰਚਾਰਜ ਰੱਬ ਹੋਇਆ ਕਰਦਾ ਸੀ ਪੁਲਿਸ ਲਈ। ਸਾਣੇ ਥਾਣੇਦਾਰਾਂ ਦੀ, ਪੁਲਿਸ ਦੇ ਥਾਣਿਆਂ ਦੇ ਇੰਸਪੈਕਟਰ ਕਿਹੜੇ ਲੱਗਣਗੇ, ਐਸਐਚਓ ਕਿਹੜੇ ਲੱਗਣਗੇ, ਉਹ ਹਲਕਾ ਇੰਚਾਰਜ ਅਕਾਲੀ ਦਲ ਨੇ ਲਾਤੇ, ਕਹਿ ਕੇ ਵੀ ਇਹਦੀ ਗੱਲ ਸੁਣੀ ਜਾਣੀ ਹੈ। ਐਸਐਸਪੀ ਵਾਜ਼ ਆਨਸਰੇਬਲ ਟੂ ਹਲਕਾ ਇੰਚਾਰਜ। ਉਹ ਸੇਮ ਚੀਜ਼ ਕਾਂਗਰਸ ਨੇ ਕੰਟੀਨਿਊ ਕੀਤੀ ਤੇ ਅੱਜ ਉਹੀ ਚੀਜ਼ਾਂ ਆਮ ਆਦਮੀ ਪਾਰਟੀ ਕੰਟੀਨਿਊ ਕਰ ਰਹੀ ਹੈ। ਸੋ ਤੁਸੀਂ ਪੁਲਿਸ ਦਾ ਮੋਰਾਲ ਨੂੰ ਕਿਵੇਂ ਚੁੱਕੋਗੇ? ਹਾਊ ਵਿਲ ਯੂ ਇੱਕ ਪ੍ਰੋਫੈਸ਼ਨਲ ਪੁਲਿਸ ਫੋਰਸ ਕਿਵੇਂ ਬਣਾਉਣੀ ਹੈ ਪੰਜਾਬ ਪੁਲਿਸ ਨੂੰ, ਜਾਂ ਉਹਨੂੰ ਰਹਿਣ ਦੇਣਾ ਹੈ ਪ੍ਰੋਫੈਸ਼ਨਲ? ਇਹ ਤੁਸੀਂ ਕਿਵੇਂ ਇਨਸ਼ੋਰ ਕਰੋਗੇ ਵੈਨ ਤੁਸੀਂ ਖੁਦ ਹੀ ਕਲੀਅਰ ਨਹੀਂ ਹੋ, ਤੁਹਾਨੂੰ ਪਤਾ ਹੀ ਕੁਝ ਨਹੀਂ ਹੈ ਐਂਡ ਯੂ ਆਰ ਲਾਈਕ ਅ ਨੋਵਿਸ, ਗ੍ਰੀਨ ਹੌਰਨ। ਮਤਲਬ ਬੇਸਿਕਲੀ ਜੋ ਕੁਝ ਕਹਿ ਦਿੰਦਾ ਸੁਣ ਲੈਂਦੇ ਹੋ, ਕਰ ਲੈਂਦੇ ਹੋ। वेरी अनफॉर्चुनेट स्टेट ऑफ अफेयर्स। अभी कुछ हफ्ते पहले गवर्नर बनवारी लाल पुरोहित साहब गए थे सरहदी इलाकों में, वो अपना दौरा कर रहे थे। उस टाइम पे सारा ब्यूरोक्रेसी भी उनके साथ था, डीजीपी साहब भी थे। गवर्नर ने ओपनली बोला कि भाई आप पुलिस महकमे को बोला कि कोई भी पॉलिटिकल इंटरफेरेंस होगा तो फिर आप सुनिएगा नहीं। तो डीजीपी ने फटाक से उसी कॉन्फ्रेंस में बोल दिया कि भाई गवर्नमेंट की तरफ से, आम आदमी पार्टी गवर्नमेंट की तरफ से कोई इंटरफेरेंस नहीं हो रहा है। तो क्या आपको लग रहा है कि ये जो एक ऑलमोस्ट इनडिसाइसिव एक मोमेंट है पुलिस के लिए भी, कि वो किसकी सुने, गवर्नमेंट की सुने या गवर्नमेंट के ऊपर जो एक पैरेलल अथॉरिटी अब हो गया है, जो यूनियन से कुछ कंट्रोल किया जा रहा है, क्या उनकी बात सुने? बीच में आम लोग जो है, जैसे ये जोहल साहब है, मल्टीपल लेयर हो गए। तुसी देखो, एक तो यूनियन हो गया ਜਿਹੜਾ ਆਪਾਂ ਕਹਿ ਰਹੇ ਕਿ ਜੀ ਅਫਸਰਾਂ ਦੀ ਜਿਹੜੀ ਆਪਣੀ ਇੱਕ ਆਪਣੀ ਅੰਡਰਸਟੈਂਡਿੰਗ ਤੇ ਇੱਕ ਭਾਈਚਾਰਾ ਹੁੰਦਾ, ਆਪਣੇ ਲੀਗ ਦੇ ਵਿੱਚ ਹੁੰਦਾ ਹੈ, ਆਪਣੇ ਕਾਡਰ ਦੇ ਵਿੱਚ। ਦੇ ਆਰ ਲਾਇਲ ਐਂਡ ਦੇ ਮੇ ਨੋ ਕਿ ਵੀ ਸੈਂਟਰ ਗਵਰਨਮੈਂਟ ਐਂਡ ਇਟ ਇਜ਼ ਐਨ ਆਲ ਪਾਵਰਫੁਲ ਸੈਂਟਰਲ ਗਵਰਨਮੈਂਟ। ਦੂਸਰਾ, ਵਿਦਿਨ ਆਮ ਆਦਮੀ ਪਾਰਟੀ ਦੇਰ ਆਰ ਮਲਟੀਪਲ ਪੋਲਸ। ਇੱਕ ਉੱਧਰੋਂ ਅਰਵਿੰਦ ਕੇਜਰੀਵਾਲ, ਰਾਘਵ ਚੱਡਾ ਹੋਣਾ, ਉਹਨਾਂ ਦਾ ਇੱਕ ਆਪਣਾ ਇੱਕ ਫਰੰਟ ਚੱਲਦਾ ਹੈ। ਭਗਵੰਤ ਮਾਨ ਦਾ ਇੱਕ ਆਪਣਾ ਉਹ ਹੈ। ਹੁਣ ਇੱਥੇ ਵੀ ਦੋ ਚੀਜ਼ਾਂ ਹੋ ਗਈਆਂ ਨਾ। ਇੱਥੇ ਲਾਇਲਟੀ ਟੂ ਭਗਵੰਤ ਮਾਨ ਡਜ਼ਨਟ ਮੀਨ ਲਾਇਲਟੀ ਟੂ ਦ ਦਿੱਲੀ ਹਾਈ ਕਮਾਂਡ ਆਫ ਆਮ ਆਦਮੀ ਪਾਰਟੀ। ਹੁਣ ਇੱਕ ਉੱਥੇ ਵੀ ਤੁਫਾੜ ਹੋ ਗਏ। ਸੋ ਦੇਰ ਆਰ ਮਲਟੀਪਲ ਲੇਅਰਸ ਐਂਡ ਮਲਟੀਪਲ ਲੈਵਲਸ। ਜਿਹੜੀ ਤੁਸੀਂ ਗੱਲ ਕੀਤੀ ਕਿ ਇੱਕ ਕੀ ਮੋਮੈਂਟ ਆਫ ਇਨਡਿਸੀਜਨ, moment nahi, but this has been a stretch of indecision. I would say it has been on for a year now, ever since Moosewala and even before that. So आज ਜਿਹੜਾ ਇੱਕ state of indecision है या state of inaction कहांगे, दिखावे ਲਈ ਤਾਂ बहुत कुछ है, but actively the right thing that needs to be done at the right time is not being done. ਉਂਝ ਕਾਜ਼ੋ operations ਚੱਲ ਰਹੇ ਨੇ, ਉਂਝ ਨੁਮਾਇਸ਼ਾਂ ਹੋ ਰਹੀਆਂ ਨੇ, ਉਂਝ ਬਹੁਤ ਕੁਝ ਚੱਲ ਰਿਹਾ ਹੈ। there is so much to cater to the optics. ਅੱਖਾਂ ਦੇ ਦਿਖਾਵੇ ਲਈ, ਅਖਬਾਰਾਂ ਦੇ ਕਾਲਮਾਂ ਦਾ ਉਹ ਕਿਹਨੂੰ ਕਹਿੰਦੇ ਨਾ ਕਿ ਉਹਨਾਂ ਦੀ ਸਪੇਸ ਭਰਨ ਲਈ ਤਾਂ ਬਹੁਤ ਕੁਝ ਹੈ। ਇਹ ਵੀ ਕਰ ਰਹੇ ਜੀ, ਉਹ ਵੀ ਕਰ ਰਹੇ, ਇੱਥੇ ਕਰਤਾ, ਉੱਥੇ ਕਰਤਾ, ਬਟ ਇੱਕ ਅੱਧੀ ਇਹੋ ਜਿਹੀ ਤਸਵੀਰ ਆਉਂਦੀ ਹੈ। ਐਂਡ ਇੱਕ ਅੱਧੀ ਨਹੀਂ ਹੈ, ਇੰਸੀਡੈਂਟਸ ਹੋ ਰਹੇ ਨੇ। ਦੇਰ ਇਜ਼ ਅ ਸੀਰੀਜ਼ ਹੈ। ਆਪਾਂ ਤਾਂ ਅਕਤੂਬਰ ਦੇ ਹੀ ਆਪਾਂ 5-6 ਵੱਡੇ ਮਰਡਰਸ ਦੀ ਗੱਲ ਕਰ ਹੀ ਚੁੱਕੇ ਹਾਂ। ਡਬਲ ਮਰਡਰ ਹੋ ਗਿਆ, ਇਹਨਾਂ ਦਾ ਮਰਡਰ ਹੋ ਗਿਆ, ਇੱਕ ਮੋਗੇ ਸਰਪੰਚ ਮਾਰਤਾ, ਜੰਡਿਆਲੇ ਗੁਰੂ 2 ਲੋਕ ਮਾਰਤੇ। ਇਹ ਤਾਂ ਵਿਦਿਨ ਫਿਊ ਡੇਜ਼ ਦੀ ਕਹਾਣੀਆਂ ਹੈਗੀਆਂ ਨੇ ਨਾ, ਬੈਕ ਟੂ ਬੈਕ ਚੀਜ਼ਾਂ ਹੋ ਰਹੀਆਂ ਨੇ।
ਐਂਡ ਤੁਸੀਂ ਫਿਰ ਇਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਕਹੋ ਜੀ ਅਸੀਂ ਅੰਕੜੇ ਦੇਖਾਂਗੇ ਵੀ ਅੰਕੜਿਆਂ ਦੇ ਵਿੱਚ ਅਸੀਂ ਕਿੱਥੇ ਖੜੇ ਹੁੰਦੇ ਨੇ। ਉਹ ਤਾਂ ਫਿਰ ਅੰਕੜਿਆਂ ਦਾ ਤਾਂ ਕਦੇ ਤੁਸੀਂ ਯੂ ਵਿਲ ਨੈਵਰ ਬੀ ਏਬਲ ਟੂ ਮੇਕ ਦਾ ਰੀਅਲ ਪਿਕਚਰ ਆ ਹੈ। ਈਵਨ ਇਫ ਇਟ ਇਜ਼ ਵਨ ਕੇਸ, ਅੰਕੜੇ ਨੂੰ ਛੱਡੋ ਤੁਸੀਂ, ਜੇ ਇੱਕ ਵੀ ਕੇਸ ਇਸ ਤਰੀਕੇ ਦਾ ਹੁੰਦਾ ਹੈ, ਇਟ ਸ਼ੁੱਡ ਬੀ ਅ ਪ੍ਰੋਬਲਮ ਫॉर द ਪੋਲੀਟੀਕਲ ਐਸਟੈਬਲਿਸ਼ਮੈਂਟ, ਇਟ ਸ਼ੁੱਡ ਬੀ ਅ ਪ੍ਰੋਬਲਮ ਫॉर द ਪੁਲਿਸ ਐਸਟੈਬਲਿਸ਼ਮੈਂਟ ਟੂ ਜਸਟ ਇਨਸ਼ੋਰ ਕਿ ਇਹ ਚੀਜ਼ ਦੁਬਾਰਾ ਨਾ ਹੋਵੇ। ਜਿੰਨੀ ਦਹਿਸ਼ਤ ਇਹ ਲੋਕਾਂ ਨੇ ਇੱਕ ਘਟਨਾ ਕਰਕੇ ਕੀਤੀ ਹੈ, ਲੋਕਾਂ ਦੇ ਮਨਾਂ ਦੇ ਵਿੱਚ ਪਾਈ ਹੈ, ਉਹ ਜਿਹੜਾ ਸੈਂਟੀਮੈਂਟ ਹੈ ਉਸ ਨੂੰ ਤੁਸੀਂ ਕਿਵੇਂ ਚੱਕੋਗੇ। ਸੋ ਪੁਲਿਸ ਨੇ ਫਿਰ ਉਸ ਤੋਂ ਬਾਅਦ ਡਿਮਾਂਡ ਹੁੰਦੀ ਹੈ ਨਾ ਜੀ ਐਨਕਾਊਂਟਰ ਕਰ ਦੇਣੇ ਚਾਹੀਦੇ ਨੇ, ਗੈਂਗਸਟਰਾਂ ਦਾ ਐਨਕਾਊਂਟਰ ਕਰੋ, ਮਾਰੋ, ਖਤਮ ਕਰੋ, ਨਿਬੇੜੋ। ਗੈਂਗਸਟਰ ਪੈਦਾ ਵੀ ਤਾਂ ਸਿਸਟਮ ਹੀ ਕਰਦਾ ਪਿਆ ਹੈਗਾ। ਦੇਰ ਇਜ਼ ਸੋ ਮਚ ਬਿਹਾਈਂਡ ਇਟ। ਐਨੀਵੇਜ਼ ਮਤਲਬ ਪੁਆਇੰਟ ਤਾਂ ਇਹੀ ਹੈ ਵੀ ਨਾਟ ਬੀਇੰਗ ਪਾਰਟੀਜ਼ਨ, ਇਕੱਲੇ ਆਪਾਂ ਸਰਕਾਰ ਨੂੰ ਨਾ ਬਲੇਮ ਕੀਤੇ, ਤੁਸੀਂ ਗਵਰਨਰ ਦੀ ਗੱਲ ਕੀਤੀ, ਅੱਜ ਮੈਨੂੰ ਸਾਰੇ ਤਮਾਸ਼ਬੀਨ ਨਜ਼ਰ ਆ ਰਹੇ ਨੇ। ਇਸ ਸਿਸਟਮ ਨੂੰ ਵਿਗਾੜਨ ਦੇ ਵਿੱਚ ਸਭ ਦਾ ਬਰਾਬਰ ਦਾ ਯੋਗਦਾਨ ਹੈ। ਉਹਦੇ ਵਿੱਚ ਗਵਰਨਰ ਸਾਹਿਬ ਵੀ ਘੱਟ ਨਹੀਂ, ਜੋ ਜਾ ਕੇ ਡੀਜੀਪੀ ਨਾਲ ਮੀਟਿੰਗਾਂ ਕਰ ਸਕਦੇ ਨੇ, ਤੇ ਕੀ ਇਸ ਸਥਿਤੀ ਨੂੰ ਬਿਹਤਰ ਕਰਨ ਲਈ ਕੀ ਉਹ ਆਪਣਾ ਯੋਗਦਾਨ ਨਹੀਂ ਪਾ ਸਕਦੇ। ਰਾਦਰ ਦੈਨ ਤਮਾਸ਼ਬੀਨੀ ਕਰਕੇ ਜਾਂ ਇੱਕ ਤਮਾਸ਼ਾ ਬਣਾਓ, ਮਜ਼ਾਕ ਬਣਾਓ ਤੇ ਟਿਚਰਾਂ ਕਰੋ ਇੱਕ ਦੂਸਰੇ ਨੂੰ ਵੀ ਦੇਖੋ ਜੀ ਤੁਹਾਡੇ ਰਾਜ ਦੇ ਵਿੱਚ ਕੀ ਹੋ ਰਿਹਾ। ਰਾਜ ਤਾਂ ਤੁਹਾਡਾ ਵੀ ਹੈ, ਗਵਰਨਰ ਦਾ ਤੁਸੀਂ ਵੀ ਹੋ। ਸੋ ਉਹ ਵੀ ਮੈਨੂੰ ਲੱਗਦਾ ਕਿ ਇਟਸ ਨਾਟ ਇੱਕ ਦੂਸਰੇ ਨੂੰ ਤੁਸੀਂ ਸਿਰਫ ਸਿਆਸੀ ਜੋ ਸੜਕਾਂ ਤੇ ਹੋ ਰਿਹਾ, ਲੋਕਾਂ ਦੀ ਪ੍ਰੋਬਲਮ ਇਹ ਨਹੀਂ ਹੈ ਕਿ ਬਨਵਾਰੀ ਲਾਲ ਪੁਰੋਹਿਤ ਦੀ ਚੱਲਦੀ ਹੈ ਜਾਂ ਭਗਵੰਤ ਮਾਨ ਦੀ ਚੱਲਦੀ ਹੈ ਜਾਂ ਭਵਿੱਖ ਦੇ ਵਿੱਚ ਕਿਹੜੀ ਸਰਕਾਰ ਆਣੀ। ਲੋਕਾਂ ਦੀ ਪ੍ਰੋਬਲਮ ਹੈ ਅਸੀਂ ਆਪਣਾ ਕੰਮ ਧੰਦਾ ਕਰ ਰਹੇ ਹਾਂ। ਇਹ ਲੋਕ ਕੋਈ ਸਰਕਾਰੀ ਨੌਕਰੀਆਂ ਕਰਕੇ ਇਹਨਾਂ ਨੂੰ ਥੋੜ੍ਹਾ ਨਾ ਕੋਈ ਸਰਕਾਰ ਦੇ ਰਹੀ ਹੈ, ਤਾਂ ਟੈਕਸ ਵੀ ਦਿੰਦੇ ਹੋਣੇ, ਆਪਣਾ ਕੰਮ ਵੀ ਕਰਦੇ ਹੋਣੇ, 4 ਬੰਦਿਆਂ ਨੂੰ ਰੋਜ਼ਗਾਰ ਵੀ ਦਿੱਤਾ ਹੋਇਆ ਹੈ। ਠੀਕ ਹੈ ਨਾ, ਹਰ ਬੰਦੇ ਦਾ ਚੰਗਾ ਮਾੜਾ ਪੱਖ ਹੁੰਦਾ, ਕੁਝ ਚੰਗੇ ਪੱਖ ਹੋਣੇ, ਕੁਝ ਮਾੜੇ ਪੱਖ ਹੁੰਦੇ ਨੇ। ਇੱਕ ਬੰਦਾ ਆਪਣਾ ਗੁਜ਼ਾਰਾ ਖੁਦ ਕਰਦਾ ਪਿਆ, ਜੇ ਅਸੀਂ ਉਹਨੂੰ ਵੀ ਨਹੀਂ ਸ਼ਾਂਤੀ ਨਾਲ ਰਹਿਣ ਦੇਣਾ ਚਾਹ ਰਹੇ ਜਾਂ ਉਹਨੂੰ ਰਹਿਣ ਦੇਣ ਪਾ ਰਹੇ, ਤਾਂ ਫਿਰ ਸਾਡੀ ਗਵਰਨੈਂਸ ਕੀ ਹੈ? ਇਟਸ ਅ ਕਲੈਕਟਿਵ ਫੇਲੀਅਰ। ਉਹਦੇ 'ਚ ਇਕੱਲਾ ਭਗਵੰਤ ਮਾਨ ਨਹੀਂ ਬਲਕਿ ਸਾਰੇ ਫੇਲੀਅਰ ਹੈਗੇ ਨੇ ਉਹਦੇ ਵਿੱਚ। ਉਹ ਸਾਰੀ ਤਮਾਸ਼ਬੀਨ ਜਿਹੜੀ ਜਮਾਤ ਇਕੱਠੀ ਹੋਈ ਹੈ ਪੋਲੀਟੀਸ਼ੀਅਨਸ ਦੀ, ਜਿਹੜੇ ਰੌਲਾ ਪਾ ਰਹੇ ਨੇ, ਉਹਨਾਂ ਦੇ ਟਾइमां ਤੇ भी यही कुछ होता रहा। एक सवाल, क्योंकि आपने कहा कि पंजाब पुलिस अगर चाहे तो बहुत अच्छा काम कर सकती है, ऐसा एकाएक क्या हो गया कि जब सरकार बदल गई सडनली इसका परफॉर्मेंस लेवल कुछ अलग ही हो गया? ऐसा क्या हुआ है? क्योंकि पुलिस तो अब एक प्रोफेशनल फोर्स है, उसको तो अपना जो उसका एक रिदम होता है काम करने का, यहाँ पे इतना सब कुछ कैसे अपसेट हो गया एकदम से 1.5 सालों में? क्या ऐसा हुआ जब ये गवर्नमेंट नई गवर्नमेंट आई, सडनली पुलिस का जो है एफिशिएंसी लेवल डाउन हो गया? ਇਹਦਾ ਤਾਂ ਜਵਾਬ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇਣ। ਆਈ ਥਿੰਕ ਇਫ ਯੂ ਗੈਟ ਟੂ ਆਸਕ ਕੁਐਸਚਨ ਹਿਮ, ਤੇ ਇਵਨ ਮੈਂ ਪੁੱਛਣਾ ਚਾਹਾਂਗਾ ਵੀ ਕੀ ਹੋਇਆ, ਕਿੱਥੇ ਗਿਆ ਪੰਜਾਬ ਪੁਲਿਸ ਦਾ ਉਹ ਜਿਹੜਾ ਪ੍ਰੋਵੈਸ ਹੈਗਾ, ਪੰਜਾਬ ਪੁਲਿਸ ਦਾ ਇੱਕ ਐਫੀਸ਼ੀਐਂਸੀ ਦਾ ਲੈਵਲ ਹੈ। ਠੀਕ ਹੈ ਨਾ, ਤੇ ਆਈ ਥਿੰਕ ਡੀਜੀਪੀ ਇਜ਼ ਆਨਸਰੇਬਲ। ਇਹ ਚੀਜ਼ ਤਾਂ ਤੁਸੀਂ ਵੀ ਆਬਜ਼ਰਵ ਕਰ ਰਹੇ ਹੋ ਨਾ। ਇਹ ਚੀਜ਼ ਸਮਝ ਵਿੱਚ ਆ ਰਹੀ ਹੈ ਸਾਡੇ। ਇਹ ਚੀਜ਼ ਸਮਝ ਵਿੱਚ ਆ ਰਹੀ ਹੈ ਵੀ ਹਾਲਾਤ ਵਿਗੜ ਰਹੇ ਨੇ ਜਾਂ ਵਿਗੜਨ ਦਿੱਤੇ ਜਾ ਰਹੇ ਨੇ, ਤੇ ਉਹਦੇ ਵਿੱਚ ਸੁਧਾਰਨਾ ਕਿਹਨੇ ਹੈ? ਜੇ ਇਹ ਸਾਰੇ ਲੋਕਾਂ ਨੂੰ ਰੋਕਣਾ, ਅਪਰਾਧ ਨੂੰ ਰੋਕਣਾ, ਤਾਂ ਫਿਰ ਪੁਲਿਸ ਦਾ ਹੀ ਕੰਮ ਹੈ ਨਾ। ਹੁਣ ਪੰਜਾਬ ਪੁਲਿਸ ਨੂੰ ਜਵਾਬ ਦੇਣਾ ਚਾਹੀਦਾ ਇਸ ਚੀਜ਼ ਦਾ। ਤੇ ਪੰਜਾਬ ਦੇ ਚੀਫ ਮਿਨਿਸਟਰ ਨੇ 1.5 ਸਾਲ ਤੱਕ ਇੱਕ ਆਫੀਸ਼ੀਏਟਿੰਗ ਡੀਜੀਪੀ ਰੱਖਿਆ ਹੋਇਆ ਹੈ। ਉਹਨੂੰ ਨਾ ਤਾਂ ਰੈਗੂਲਰ ਕਰ ਰਹੇ ਨੇ, ਰੈਗੂਲਰ ਦਾ ਇੱਕ ਪ੍ਰੋਸੈਸ ਹੈ, ਇੱਕ ਪ੍ਰੋਸੀਜਰ ਹੈ, ਤੇ ਉਹ ਵੀ ਨਹੀਂ ਸਮਝ ਵਿੱਚ ਆ ਰਿਹਾ ਵੀ ਉਹ ਤੁਸੀਂ ਕੀ ਕਰਨਾ ਚਾਹ ਰਹੇ ਹੋ। ਇਹ ਜੁੜੀਆਂ ਹੋਈਆਂ ਚੀਜ਼ਾਂ ਨੇ ਕਿ ਵਾਈ ਇਜ਼ ਇਟ ਹੈਪਨਿੰਗ, ਮਤਲਬ ਕਿਉਂ ਵਾਈ ਕਾਂਟ ਪੰਜਾਬ ਹੈਵ ਅ ਪ੍ਰੋਪਰ ਡੀਜੀਪੀ? ਫॉर 1.5 ਸਾਲ ਤੁਸੀਂ ਤੁਹਾਡੇ ਕੋਲ ਪ੍ਰੋਪਰ ਡੀਜੀਪੀ ਨਹੀਂ ਪੰਜਾਬ 'ਚ। सच अ politicized policing in पंजाब। ये जो 3 बिल्स आम आदमी पार्टी की गवर्नमेंट वो लेकर आई हैं, उस पर अभी गवर्नर के साथ टसल चल रहा है। उन्होंने बोला है कि भाई ये तो इलीगल है, क्योंकि आपने जिस तरह से जो है हमें बिना बताए असेंबली को कन्वीन किया, आपने कानून पास किए। तो इस पर अभी कुछ दिनों पहले गवर्नर ने फिर से स्टेटमेंट दिया है कि ये बिल्स की जो है लीगैलिटी पे जो है वो उसको मानते नहीं हैं। ऐसे माहौल में आपको लगता है कि पुलिसिंग पे कोई भी फ़र्क पड़ेगा आने वाले दिनों में? अगर फ़र्ज़ कीजिए ऑफिशिएटिंग डीजीपी नहीं होते हैं, कोई एक प्रॉपर बंदा आ भी जाता है, किस तरह से कितना टाइम लग सकता है? क्योंकि आपने क्राइम और इन सब चीज़ों को बहुत गौर से देखा है पंजाब में। क्या सिस्टमिक प्रॉब्लम्स हैं? बहुत से होंगे आई एम श्योर। अगर आप निशानदेही करना चाहें 3-4 ऐसे जो बेसिक चीज़ें हैं जो शायद दूर किए जा सकते हैं, कोई भी पॉलिटिकल एस्टेब्लिशमेंट क्यों ना हो, कि ऐसे जो हैं केसेस ना हों। क्योंकि कुछ टाइम पहले जब हमने बात की थी, हमने ये सवाल किया था कि क्या पंजाब एक पुलिस स्टेट बनता हुआ जा रहा है? एक पुलिस स्टेट में ऐसे केसेस लेकिन होते नहीं है। नहीं तो ये जो कॉन्ट्रडिक्शन हम देख पा रहे हैं कि पुलिस दिखा रही है कि हम तो बड़े मुस्तैद हैं, तो क्या पुलिस को भी अब ऐसे लगने लगा है क्योंकि पार्टी ऐसी है गवर्नमेंट? पंजाब पुलिस स्टेट एक नॉर्मल बंदे ਲਈ ਹੈ ਜਿਹੜਾ ਆਪਣੇ ਘਰੇ ਬੈਠਾ ਤੇ ਜਿਹਦੇ ਘਰ ਦੇ ਵਿੱਚ ਜਾ ਕੇ ਤੁਸੀਂ ਛਾਪਾ ਮਾਰ ਕੇ ਕਹਿੰਦੇ ਹੋ ਕਿ ਮੈਨੂੰ ਆਪਣੇ ਘਰ ਦਾ ਸੰਦੂਕ ਖੋਲ ਕੇ ਦਿਖਾ, ਅਲਮਾਰੀ ਖੋਲ ਕੇ ਦਿਖਾ।
ਪੁਲਿਸ ਸਟੇਟ ਪੰਜਾਬ ਉਵੇਂ ਹੈ। ਕ੍ਰਿਮੀਨਲਸ ਲਈ ਕਾਹਦੀ ਪੁਲਿਸ ਸਟੇਟ ਹੈ? ਇਹ ਜਿਹੜੇ ਮੋਟਰਸਾਈਕਲ ਤੇ ਬੰਦੇ ਜੋ ਆਏ ਗੋਲੀਆਂ ਮਾਰ ਕੇ ਚਲੇ ਗਏ, ਇਹਨਾਂ ਲਈ ਕਾਹਦੀ ਪੁਲਿਸ ਸਟੇਟ? ਇਹਨਾਂ ਲਈ ਤਾਂ ਇੱਕ ਤਮਾਸ਼ਾ ਸੀ ਇਹ, ਇਹਨਾਂ ਲਈ ਤਾਂ ਇੱਕ ਮਜ਼ਾਕ ਹੈ। ਇਹ ਨਹੀਂ, ਦੰਦਨਾਂ ਦੇ ਘੁੰਮ ਰਹੇ ਨੇ, ਦੰਦਨਾਂ ਦੇ ਕ੍ਰਿਮੀਨਲਸ ਘੁੰਮ ਰਹੇ ਨੇ। 3 ਦਿਨਾਂ ਦੇ ਵਿੱਚ ਇੱਕ ਸੇਮ ਬੰਦਾ ਨੇ 3 ਕਤਲ ਕੀਤੇ, 2 ਘਟਨਾਵਾਂ, ਮਾਂ ਬੇਟੀ ਮਾਰੀ ਤੇ ਉਸ ਤੋਂ ਪਹਿਲਾਂ ਇੱਕ ਹੋਰ ਸੈਲੂਨ ਚਲਾਉਣ ਵਾਲਾ ਮਾਰਤਾ। ਇੱਕ ਹੀ ਬੰਦਾ, ਇੱਕ ਹੀ ਸ਼ੂਟਰ, ਅੱਜ ਤੱਕ ਉਹ ਵੀ ਕਾਬੂ ਨਹੀਂ ਹੈਗਾ। ਕਰ ਲੈਣਗੇ, ਚਲੋ ਦੇ ਵਿਲ ਬੀ ਫਾਈਨਲੀ ਏਬਲ ਟੂ ਨੈਬ ਹਿਮ, ਉਹ ਮੁੱਦਾ ਨਹੀਂ ਹੈ। ਲੇਕਿਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪੁਲਿਸ ਸਟੇਟ ਇਸ ਵਾਸਤੇ ਕਿਉਂਕਿ ਤੁਸੀਂ ਦਿਖਾਵੇ ਲਈ ਤਾਂ ਲੋਕਾਂ ਦੀ ਸਵੇਰੇ 5 ਵਜੇ ਤੋਂ ਸ਼ੁਰੂ ਹੋ ਜਾਂਦੇ ਹੋ ਤੇ 4-4 ਘੰਟੇ ਤੁਸੀਂ 200 ਫੋਟੋਆਂ ਖਿੱਚ ਕੇ ਪਾਉਂਦੇ ਹੋ। ਦੈਟਸ ਵਾਈ ਯੂ ਲੁੱਕ ਲਾਈਕ ਅ ਪੁਲਿਸ ਸਟੇਟ। ਵੀ ਆ ਕੀ ਹੋ ਰਿਹਾ ਸਟੇਟ ਦੇ ਵਿੱਚ? ਇਟ ਡਜ਼ਨਟ ਹੈਪਨ ਇਨ ਅ ਨਾਰਮਲ ਸਟੇਟ। looks like are you in a state of war or are you in a state of insurgency? Yes, and this is the insurgency where ਥੋੜੀ ਉਸ ਦਿਖਾਵੇ ਨੇ ਵੀ ਕੋਈ ਅਸਰ ਨਹੀਂ ਕੀਤਾ। ਉਸ ਦਿਖਾਵੇ ਦਾ ਅਸਰ ਤਾਂ ਹੋਵੇ, ਕੀ ਤੇ ਅਸਰ ਹੋ ਰਿਹਾ ਇੱਕ ਆਮ ਆਦਮੀ ਤੇ ਵਿਚਾਰੇ ਦੇ ਉੱਤੇ ਜਿਹਦੀ ਲਾਈਫ ਤੁਸੀਂ ਉਹ ਕਰ ਦਿੰਦੇ ਹੋ ਜੀ, ਗੱਡੀਆਂ ਖੋਲ ਕੇ ਰੋਕਦੇ ਹੋ, ਚੈੱਕ ਕਰਦੇ ਹੋ, ਠੀਕ ਨਾ। ਐਂਡ ਸਿੰਪਲ ਜਿਹਾ ਤੁਹਾਨੂੰ ਐਗਜ਼ਾਮਪਲ ਦਾਣਾ ਵੀ ਕੁਝ ਜ਼ਿਲ੍ਹੇ ਅਜਿਹੇ ਅਜੇ ਵੀ ਹੋਣਗੇ ਜਿੱਥੇ ਕਾਬਲ ਅਫਸਰ ਹੈਗੇ ਨੇ, ਉਹ ਜ਼ਿਲ੍ਹਿਆਂ ਦੇ ਵਿੱਚ ਕ੍ਰਾਈਮ ਤੇ ਕ੍ਰਿਮੀਨਲ ਨਹੀਂ ਹੁੰਦਾ। ਬਹੁਤ ਸੇ ਅਜਿਹੇ ਜ਼ਿਲ੍ਹੇ ਨੇ, ਕੁਆਲੀਟੇਟਿਵ ਡਿਫਰੈਂਸ ਹੈ ਕਿ ਇੱਕ SSP ਕਿਤੇ ਲਾਇਆ ਜਾਂਦਾ ਹੈ, ਉਸ SSP ਨੇ ਬਸ ਇੱਕ ਮੈਸੇਜ ਦੇਣਾ ਹੁੰਦਾ ਵੀ ਮੇਰੇ ਏਰੀਆ 'ਚ ਕ੍ਰਾਈਮ ਨਹੀਂ ਹੋਣਾ ਚਾਹੀਦਾ। ਗੈਂਗਸਟਰ ਤੇ ਕ੍ਰਿਮੀਨਲ ਉਹ ਇਲਾਕਾ ਛੱਡ ਕੇ ਹੋਰ ਆਸ-ਪਾਸ ਦੇ ਇਲਾਕੇ ਜਾ ਕੇ ਕ੍ਰਾਈਮ ਕਰਦੇ ਨੇ। ਇਹ ਹੈ ਪੰਜਾਬ ਪੁਲਿਸ ਦਾ ਦਬਕਾ ਤੇ ਅਸਲ ਅਸਰ ਜੇ ਕਰਨਾ ਚਾਹਣ ਇਹ। ਲੇਕਿਨ ਉਹ ਜਿਹੇ ਅਫਸਰਾਂ ਨੂੰ ਟਿਕਣ ਕੌਣ ਦਿੰਦਾ? ਫਿਰ ਉਹ ਤੁਹਾਡੇ ਸਾਹਮਣੇ ਐਗਜ਼ਾਮਪਲ ਹੈਗੇ ਨੇ ਨਾ। ਤੁਸੀਂ ਪੁਲਿਸ ਨੂੰ ਕੰਮ ਕਰਨ ਹੀ ਨਹੀਂ ਦੇਣਾ, ਤੁਹਾਡੀ ਇੰਟਰਫੇਰੈਂਸ ਹੈ। ਤੁਹਾਡੇ MLA ਦੀ ਈਗੋ ਵਿੱਚ ਫਸੀ ਹੋਈ ਹੈ, ਉਹਨੇ ਆਪਣੀ ਦੁਕਾਨ ਚਲਾਉਣੀ ਹੈ, ਉਹਨੇ ਆਪਣੇ ਜੀਜੇ ਨੂੰ ਸੈਟੀਸਫਾਈ ਕਰਨਾ ਹੈ, ਜਿਹਨੇ ਖੱਡਾਂ 'ਚ ਵੜ ਕੇ ਆਪਣੇ ਕੰਮ ਧੰਦੇ ਚਲਾਣੇ ਨੇ। ਦੈਟ ਇਜ਼ ਹਾਊ ਇਟ ਵਰਕਸ। ਫਿਰ ਉਸ ਤੋਂ ਬਾਅਦ ਪੁਲਿਸ, ਕਿਹੜਾ ਪੁਲਿਸ ਵਾਲੇ ਦਾ ਮਨੋਬਲ ਰਹੇਗਾ ਕਿ ਕਿਹੜਾ ਜਿਹੜਾ ਜ਼ਿਲ੍ਹੇ ਦਾ ਪੁਲਿਸ ਅਫਸਰ ਹੋਏਗਾ? ਐਂਡ ਮੇ ਬੀ DGP ਹਿਮਸੈਲਫ ਮਾਈਟ ਬੀ ਉਹ ਵੀ ਖੁਦ ਹੀ ਇਸ ਦਬਾਅ ਦੇ ਵਿੱਚ ਹੀ ਹੈ। ਲੇਕਿਨ ਮੈਂ ਤਾਂ ਕਹਿੰਦਾ ਜੇ ਦਬਾਅ ਦੇ ਵਿੱਚ ਹੈ ਤਾਂ ਫਿਰ ਘੱਟੋ ਘੱਟ ਜ਼ਿੰਮੇਵਾਰੀਆਂ ਨਾ ਲਓ। ਤੁਸੀਂ ਜਾ ਕੇ ਆਮ ਪੁਲਿਸ ਦੇ ਮੁਖੀ ਬਣ ਜਾਓ। ਹਾਊਸਿੰਗ ਕਾਰਪੋਰੇਸ਼ਨ ਵੀ ਹੈ ਪੰਜਾਬ ਪੁਲਿਸ 'ਚ, ਉਹਦੇ DGP ਬਣ ਜਾਓ ਤੁਸੀਂ। ਤੁਹਾਨੂੰ ਪੰਜਾਬ ਪੁਲਿਸ ਹੈਡ ਕਰਨ ਦੀ ਲੋੜ ਨਹੀਂ ਹੈ ਅਨਲੈਸ ਅੰਟਿਲ ਯੂ ਕੈਨ ਮੇਕ ਅ ਕੁਆਲਿਟੇਟਿਵ ਡਿਫਰੈਂਸ ਟੂ ਦ ਲੈਵਲ ਆਫ ਪੋਲਿਸੀ ਦੈਟ ਇਜ਼ ਹੈਪਨਿੰਗ, ਵਿਚ ਇਜ਼ ਨਾਟ ਹੈਪਨਿੰਗ। ਸੋ ਅਸੀਂ ਕੁਰਸੀ 'ਤੇ ਵੀ ਕਿਉਂ ਬੈਠਣਾ ਹੈ? ਵਾਈ ਡੂ ਯੂ ਵਾਂਟ ਟੂ ਬੀ ਇਨ ਅ ਪੋਜੀਸ਼ਨ ਜਿੱਥੇ ਤੁਸੀਂ ਕੁਝ ਕਰ ਹੀ ਨਹੀਂ ਪਾ ਰਹੇ ਹੋ? ਤੇ ਇਹ ਸਭ ਚੀਜ਼ ਸਭ ਲਈ ਅਪਲਾਈ ਹੁੰਦੀ ਹੈ। ਸੋ ਇਟ ਇਜ਼ ਬੈਟਰ ਟੂ ਸਟੇ ਆਊਟ ਆਫ ਪਿਕਚਰ ਰਾਦਰ ਦੈਨ ਜਸਟ ਟੇਕਿੰਗ ਦ ਬਲੇਮ ਕਿ ਮੈਨੂੰ ਕੁਝ ਕਰਨ ਨਹੀਂ ਦਿੱਤਾ ਜਾ ਰਿਹਾ। ਕਰਕੇ ਦਿਖਾਓ ਵੀ ਯੂ ਆਰ, ਮਤਲਬ ਤੁਹਾਨੂੰ ਕੋਈ ਤਾਕਤ ਰੋਕਦੀ ਨਹੀਂ ਹੈ। ਘੱਟੋ ਘੱਟ ਕ੍ਰਿਮੀਨਲਸ ਨੂੰ ਰੋਕਣਾ ਕੋਈ ਔਖਾ ਕੰਮ ਨਹੀਂ ਹੈ। ਮਤਲਬ ਮੈਂ ਬੜਾ ਕਲੀਅਰ ਹਾਂ ਇਸ ਮੁੱਦੇ ਤੇ। ਐਂਡ ਯੂ ਵਿਲ ਸੀ ਇਹ ਚੀਜ਼ ਮੈਂ ਹੁਣ ਨਹੀਂ ਕਹਿ ਸਕਦਾ, ਬਟ ਫਿਊ ਈਅਰਸ डाउन द लाइन वी विल एक्चुअली सी द एग्जांपल बिफोर अस। मेरा आखिरी सवाल जो मैं पूछने की कोशिश कर रहा था इससे पहले भी कि क्योंकि आजकल सोशल मीडिया हेडलाइन मैनेजमेंट के ज़रिए गवर्नमेंट्स फंक्शन करते हैं। सारा प्रेजेंट, जैसे आपने भी एक जिक्र किया था एक लीडर का जो बोल रहे थे कि भाई कोई एक ट्वीट ढूंढ के दिखाओ जब मैंने ऐसे कहा है, एजुकेशन मिनिस्टर जी, है ना। तो ये ऐसे माहौल में हरजोत बैन उन्होंने ऐसे कहा था। तो जब पंजाब पुलिस को लग रहा है कि ये गवर्नमेंट या ये पार्टी ज़्यादातर सोशल मीडिया पे विजिबल है, उनको लग रहा है कि भाई इसके ज़रिए ही जो है काम हो सकता है, तो उन लोगों को भी लग गया है कि भाई हम फ़ोटो खिंचवाएंगे, ट्वीट करेंगे, हेडलाइंस भिजवाएंगे, उस तरह से मैनेज करेंगे तो हमारा पुलिसिंग भी हो जाएगा। क्या ऐसा एक मेंटालिटी आपको बनते हुए दिख रहा है पंजाब पुलिस में फिलहाल? मे बी पुलिस इज ऑल्सो ट्राइंग टू प्ले टू द लॉबी और टू द गैलरी। उन्होंने मे बी मुख्य मंत्री ਨੂੰ ਦਿਖਾਓ। ਐਵੇਂ ਥੋੜਾ ਨਾ ਪੰਜਾਬ ਦੇ DGP ਹਰ ਚੀਜ਼, ਹਰ ਸੈਂਟੈਂਸ ਦੀ ਸ਼ੁਰੂਆਤ ਹੀ ਮੁੱਖ ਮੰਤਰੀ ਜੀ ਦੀ ਸਤੁਤੀ ਦੇ ਨਾਲ ਕਰਦੇ ਨੇ। ਸੌਰੀ ਟੂ ਯੂਜ਼ ਦਿਸ ਵਰਡ, ਆਈ ਮੀਨ ਇਟ ਮੇ ਬੀ ਹਿਸ ਕਰਟਸੀ, ਹੀ ਮੇ ਬੀ ਵੈਰੀ ਨਾਈਸ ਜੈਂਟਲਮੈਨ, ਬਟ ਆਈ ਡੋਂਟ ਰੀਲੀ ਫਾਈਂਡ ਇਟ ਗੁੱਡ। ਇੱਕ ਤੁਸੀਂ ਪੋਲੀਟੀਕਲ ਲੀਡਰ ਨੂੰ ਹਰ ਆਪਣੇ ਕੰਮ ਦਾ ਸਿਹਰਾ, ਹਰ ਆਪਣੇ ਕੰਮ ਦੀ ਜ਼ਿੰਮੇਵਾਰੀ, ਇਹਨੂੰ ਮੈਂ ਤਾਂ ਚਾਪਲੂਸੀ ਕਹਾਂਗਾ ਨਾ। ਆਈ ਮੀਨ ਦੈਟ ਇਜ਼ ਯੂ ਆਰ ਬੀਇੰਗ ਅ ਸਾਈਕੋਫੈਂਟ, ਨਥਿੰਗ ਮੋਰ। ਠੀਕ ਹੈ ਨਾ। ਤੁਸੀਂ ਹਰ ਚੀਜ਼ 'ਚ ਕਹੋ ਜੀ ਆਪਾਂ ਹੁਣ ਹਰ ਚੀਜ਼ ਦੇ ਵਿੱਚ ਆਪਣੀ ਇਸ ਆਰਗੇਨਾਈਜੇਸ਼ਨ ਦੇ ਮਾਲਕ ਦਾ ਨਾਮ ਲਿਆ ਕਰੀਏ ਜੀ, ਵੀ ਉਹਨਾਂ ਦੇ ਕਰ ਕਮਲਾਂ ਨਾਲ ਅੱਜ ਅਸੀਂ ਆਪਣੇ ਸ਼ੋਅ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਆਈ ਮੀਨ ਡਜ਼ ਇਟ ਸਾਊਂਡ ਪ੍ਰੋਫੈਸ਼ਨਲ? ਹਾਂ ਬਿਲਕੁਲ। ਬਟ ਜੇ ਹਾਲਾਤ ਉਹ ਗੱਲ ਫਿਰ ਉਹੀ ਹੈ ਵੀ ਤੁਸੀਂ ਹੈਡਲਾਈਨ ਮੈਨੇਜਮੈਂਟ, ਤੁਸੀਂ ਕਾਲਮਸ ਦੀ ਮੈਨੇਜਮੈਂਟ, ਤੁਸੀਂ ਟਾਈਮ ਸਪੇਸ ਦੀ ਮੈਨੇਜਮੈਂਟ, ਤੁਸੀਂ ਉਹ ਫੰਡੇ ਸਿੱਖ ਲਏ ਨੇ ਵੀ ਮੀਡੀਆ ਦੇ ਵਿੱਚ ਜਲਵਾ ਕਿਵੇਂ ਕ੍ਰੀਏਟ ਕਰਨਾ ਹੈ। ਐਂਡ ਤੁਹਾਨੂੰ ਲੱਗਦਾ ਕਿ ਉਹੀ ਗਵਰਨੈਂਸ ਹੈ। ਉਸ ਹੈਡਲਾਈਨ ਦੀ ਮੈਨੀਪੂਲੇਸ਼ਨ ਤੇ ਮੈਨੇਜਮੈਂਟ ਦੇ ਨਾਲ ਤੁਸੀਂ ਆਪਣੀ ਸਰਕਾਰਾਂ ਚਲਾ ਲਓਗੇ, ਤੁਸੀਂ ਲੋਕਾਂ ਦੀ ਪਰਸੈਪਸ਼ਨ ਬਦਲ ਲਓਗੇ। ਮੁਬਾਰਕ ਹੋਵੇ ਇਹ ਜੀ ਸੋਚ। ਇਟ ਡਜ਼ਨਟ ਰੀਲੀ ਹੈਲਪ। ਮੈਨੂੰ ਲੱਗਦਾ ਕੀਤਾ ਹੋਇਆ ਕੰਮ ਬੇਸ਼ੱਕ ਚੰਗੀਆਂ, ਤੁਸੀਂ ਜੇ ਕੰਮ ਕਰੋਗੇ ਹੋ ਸਕਦਾ ਤੁਹਾਨੂੰ ਚੰਗੀਆਂ ਹੈਡਲਾਈਨਸ ਨਾ ਮਿਲਣ, ਮਤਲਬ ਇਟ ਇਜ਼ ਕੁਆਇਟ ਪੋਸੀਬਲ। ਲੇਕਿਨ ਲੋਕ ਆਫਟਰ ਅ ਵਾਈਲ ਲੋਕਾਂ ਨੂੰ ਸਮਝ ਆ ਜਾਏਗੀ। ਜਿਹੜੇ ਵੀ ਚੰਗੇ ਲੋਕ ਲੀਡਰ ਕੰਮ ਕੀਤਾ ਜਿਨ੍ਹਾਂ ਨੇ ਵੀ, ਉਹ ਚੀਜ਼ਾਂ ਅੱਜ ਤੱਕ ਯਾਦ ਰੱਖੀਆਂ ਜਾਂਦੀਆਂ ਨੇ। ਐਂਡ ਆਈ ਵਿਲ ਰੀਕਾਲ ਹੇਅਰ ਬੇਅੰਤ ਸਿੰਘ, ਪੰਜਾਬ ਦੇ ਜੋ ਸਲੇਨ ਚੀਫ ਮਿਨਿਸਟਰ, ਉਹਨਾਂ ਨੇ 3 ਸਾਲ ਦੇ ਵਿੱਚ
ਚੰਗਾ ਮਾੜਾ ਜੋ ਵੀ ਜਿਸ ਲੈਵਲ ਦੀ ਵੀ ਡਿਸੀਜਨ ਮੇਕਿੰਗ ਰਹੀ ਬਟ ਉਹਨਾਂ ਨੇ ਇੱਕ ਸਿੱਟੇ ਤੇ ਲਾ ਕੇ ਤਾਂ ਖੜਾ ਕੀਤਾ ਨਾ ਪੰਜਾਬ ਨੂੰ। 1995 ਤੋਂ ਬਾਅਦ 1996 ਤੋਂ ਬਾਅਦ ਪੰਜਾਬ ਨੇ ਦਹਿਸ਼ਤਗਰਦੀ ਦਾ ਉਹ ਮਾਹੌਲ ਦੇ ਉੱਤੇ ਕਾਂਟਾ ਵੱਜ ਗਿਆ ਨਾ ਉੱਥੇ। ਆਹ ਤਾਂ ਇੱਕ ਨਵੇਂ ਲੈਵਲ ਦੀ ਚੀਜ਼ ਫਿਰ ਹਾਲਾਤ ਫਿਰ ਵਿਗੜਨੇ ਸ਼ੁਰੂ ਹੋਏ ਕਿਉਂਕਿ ਕਈ ਚੀਜ਼ਾਂ ਕਈ ਸਮੱਸਿਆਵਾਂ ਦੇ ਹੱਲ ਨਹੀਂ ਹੋ ਪਾਏ ਉਸ ਵਕਤ ਵੀ। ਦੈਟ ਵਾਜ਼ ਆਲਸੋ ਅ ਸ਼ਾਰਟ ਟਰਮ ਸੋਲੂਸ਼ਨ। ਲੇਕਿਨ ਇੱਕ ਲੈਵਲ ਦੇ ਉੱਤੇ ਨੇ 3 ਸਾਲ ਦੇ ਵਿੱਚ ਇੱਕ ਡਿਸਾਈਸਿਵ ਐਕਸ਼ਨ ਤਾਂ ਲਿਆ ਨਾ ਵੀ ਹੁਣ ਆਹ ਕੰਮ ਕਰਨ ਦੀ ਲੋੜ ਹੈ, ਕੰਮ ਕਰਕੇ ਖਤਮ ਕਰੋ ਤੇ ਖਤਮ ਕੀਤਾ ਫॉर दैट ਪਾਰਟਿਕੂਲਰ ਪੀਰੀਅਡ। ਸੋ ਐਂਡ ਅਗੇਨ ਹੋਰ ਵੀ ਬਹੁਤ ਸੇ ਆਪਾਂ ਜਾਣਦੇ ਹਾਂ ਜਿਹੜੇ ਚੰਗੇ ਲੀਡਰਸ ਨੇ ਉਹਨਾਂ ਵੱਲੋਂ ਕੋਈ ਵੀ ਕੰਮ ਕੀਤਾ ਜਾਂਦਾ ਤੇ ਉਸ ਦੇ ਅਸਰ ਹੁੰਦੇ ਨੇ, ਉਹ ਚੀਜ਼ਾਂ ਨੂੰ ਯਾਦ ਰੱਖਿਆ ਜਾਂਦਾ ਹੈ। ਫਿਰ ਉਹ ਇਸ਼ਤਿਹਾਰ ਤਾਂ ਇੱਕ ਬੜੀ ਮੋਮੈਂਟਰੀ ਜੀ ਚੀਜ਼ ਹੈ। ਰੋਜ਼ ਅਖਬਾਰ ਨੇ ਛਾਪਣਾ ਹੈ, ਰੋਜ਼ ਬੁਲੇਟਿਨਸ ਨੇ ਬਣਨਾ ਹੈ, ਰੋਜ਼ ਖਬਰਾਂ ਨੇ ਛਾਪਣਾ ਹੈ। ਹਰ ਨਵੀਂ ਖਬਰ ਦੇ ਨਾਲ ਪੁਰਾਣੀ ਜਿਹੜੀ ਖਬਰ ਹੈ ਉਹਦੀ ਰੈਲੇਵੈਂਸ ਖਤਮ ਹੋ ਜਾਣੀ ਹੁੰਦੀ ਹੈ। ਸੋ ਇਹ ਤਾਂ ਆਨਗੋਇੰਗ ਪ੍ਰੋਸੈਸ ਹੈ। ਤੁਸੀਂ ਕੀ ਚੀਜ਼ ਮੈਨੇਜ ਕਰ ਰਹੇ ਹੋ, ਅੱਜ ਮੈਨੇਜ ਕਰ ਲੂੰਗੇ ਲੇਕਿਨ ਸਾਲ ਬਾਅਦ ਉਸ ਚੀਜ਼ ਨੂੰ ਜਦੋਂ ਕੰਪਰੀਹੈਂਸਿਵਲੀ ਐਗਜ਼ਾਮਿਨ ਕੀਤਾ ਜਾਏਗਾ ਤਾਂ ਆਪਣੇ ਆਪ ਐਕਸਪੋਜ਼ ਹੋ ਜਾਂਦਾ ਹੈ। ਐਂਡ ਹਿਸਟਰੀ ਨੈਵਰ ਫੋਰਗਿਵਸ ਐਨੀਬਡੀ। ਉੱਥੇ ਤਾਂ ਫਿਰ ਸਾਰੇ ਉਸ ਹਮਾਮ ਦੇ ਵਿੱਚ ਨਜ਼ਰ ਆਉਣਗੇ ਵੀ ਕਿਵੇਂ ਕਿਸ ਨੇ ਕੀ ਪਰਫਾਰਮ ਕੀਤਾ। ਅੱਜ ਅਕਾਲੀ ਦਲ ਨੂੰ ਜਾਂ ਜਿਹੜੀ ਹੋਰ ਪਾਰਟੀਆਂ ਜਿਹੜੀਆਂ ਹੂ ਬੀਨ ਵੋਟਡ ਐਂਡ ਬੂਟਡ ਆਊਟ ਆਫ ਦ ਪਾਵਰ, ਉਹ ਹਿਸਟਰੀ ਦੇ ਵਿੱਚ ਆ ਕੇ ਆਪਣੇ ਆਪ ਨੂੰ ਕਰੈਕਟ ਨਹੀਂ ਕਰ ਪਾਉਣਗੀਆਂ। ਉਹਨਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਦੇ ਹੈਵ ਬੀਨ ਬਲੰਡਰਸ, ਦੇ ਹੈਵ ਬੀਨ ਹਿਸਟੋਰਿਕ ਬਲੰਡਰਸ, ਸੋ ਦੇ ਕੈਨ ਨੈਵਰ ਕਰੈਕਟ ਇਟ, ਦੇ ਕੈਨ ਨੈਵਰ ਮੈਂਡ ਇਟ। ਇਹ ਅੱਜ ਮਹਿਸੂਸ ਕਰਦੇ ਨੇ ਕਿ ਉਸ ਵਕਤ ਅਸੀਂ ਗਲਤ ਪੋਜੀਸ਼ਨ ਲਈ। ਸੋ ਰੈਦਰ ਦੈਨ ਮੈਨੇਜਿੰਗ ਹੈਡਲਾਈਨ ਐਂਡ ਰੈਦਰ ਦੈਨ ਮੈਨੇਜਿੰਗ ਦ ਨਿਊਜ਼ਪੇਪਰ ਦੀ ਕਾਲਮਸ ਤੇ ਸਪੇਸ ਨੂੰ ਮੈਨੇਜ ਕਰਨ ਦੇ ਆਪਾਂ ਨੂੰ ਕੰਮ ਕਰਨ ਦੀ ਲੋੜ ਹੈ। ਐਂਡ ਅਗੇਨ with due regards to the chief minister and the political leadership, this has to stop. ਇਹਦੇ ਵਿੱਚ ਕੋਈ ਰਾਜਨੀਤੀ ਨਾ ਹੋਵੇ, that is the most important expectation and aspiration ਕਿ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਇਹਨਾਂ ਮਸਲਿਆਂ ਤੇ ਪੋਲਿਟਿਕਸ ਠੀਕ ਨਹੀਂ ਲੱਗਦੀ। ਜਿੱਥੇ ਲਾਅ ਐਂਡ ਆਰਡਰ ਦੀ ਗੱਲ ਆ ਜਾਵੇ, ਜਿੱਥੇ ਸਿਕਿਉਰਿਟੀ ਦੀ ਗੱਲ ਆ ਜਾਵੇ, ਜਿੱਥੇ ਪਬਲਿਕ ਸੇਫਟੀ ਦੀ ਗੱਲ ਆ ਜਾਵੇ, there cannot and there shouldn't be any politics anywhere in the world, because ਜਿੱਥੇ ਪੋਲਿਟਿਕਸ ਹੋਏਗੀ ਉੱਥੇ ਫਿਰ ਆਹੀ ਕੁਝ ਹੋਏਗਾ जो हो रहा है। आज की इस चर्चा में जुड़ने के लिए आपका बहुत शुक्रिया। थैंक यू। आप सबका भी बहुत शुक्रिया अपना कीमती वक्त हमें देने के लिए।